ਇਹ ਵੀ ਆਮ ਨਿੱਕਾ ਵੀ ਆਮ ਬੰਦਾ ਨਹੀਂ ਪਾ ਸਕਦਾ। ਹਾਂ ਇਹ ਹੈ ਕੁੰਗਲ ਚ ਕੱਢਣਾ ਹੁੰਦਾ ਹੈ। ਹਾਂ ਇਦਾਂ ਹਾਂ ਇਦਾਂ ਇਹਦੇ ਤਕਰੀਬਨ ਇਸ ਟਾਈਮ ਹੋ ਗਏ ਆ ਕੋਈ 20 ਦਿਨ ਦੀ ਪਨੀਰੀ ਖੜੀ ਮਾਸ਼ਾਅੱਲਾ ਇਹ ਅੱਛਾ 10 ਦਿਨ ਹੋਰ ਆ 30 ਦਿਨ ਤੋਂ ਬਾਅਦ ਇਹ ਮੁੰਤਕਿਲ ਹੋ ਜਾਣੀ ਹੈ। ਮਗਰ ਨਿੱਕੀ ਜੀ ਕਰੇਲੀ ਬਣੀ ਆ ਨਾ ਹਾਂ ਉਹਨੂੰ ਸਾਦਾ ਵੀ ਇਹ ਮਾਦਾ ਮਾਦਾ ਆ ਹੈਗਾ ਸਿਨਾਰ ਹਾਂ ਆ ਨਰ ਦਾ ਜਿਹੜਾ ਰੰਗ ਜਿਹਾ ਸੀ ਨਾ ਆਹ ਹਾਂ ਇਹਨੂੰ ਇਹਦੇ ਨਾਲ ਪੋਲੀਨੇਸ਼ਨ ਕਰਾਣੀ ਆ ਵੇਖੋ ਅੱਛਾ ਅੱਛਾ ਆ ਰੰਗ ਲੱਗ ਗਿਆ। ਠੀਕ ਆ ਇਹ ਜਦੋਂ ਇਹਦੇ ਇਨਸੈਕਟ ਨੈਟ ਸੀ ਨਾ ਇਹ ਹਰ ਫੁੱਲ ਦੀ ਫੁੱਲਣਾ ਕਰਾਣੀ ਹੈ ਤੇ ਕਰੇਲਾ ਬਣਨਾ ਅੱਛਾ ਨਹੀਂ ਤੇ ਕਰੇਲਾ ਨਹੀਂ ਬਣਦਾ ਸੀ। ਆ ਵੇਖੋ ਜੀ ਆ ਜਿਹੜੀ ਫਸਟ ਅਰਲੀ ਜੂਨ ਚ ਲਾਈ ਸੀ ਅਸੀਂ ਦੇਸੀ ਗੋਭੀ ਇਹਨੂੰ ਕਹਿੰਦੇ ਆ। ਅੱਛਾ ਗੋਭੀ ਇਹ ਤਿਆਰ ਆ ਜੀ ਹੁਣ ਇਹ ਜਾਰੀ ਮਾਰਕੀਟ 'ਚ। ਅੱਛਾ ਬੰਦਾ ਕੋਈ ਕੰਮ ਕਰੇ ਤੇ ਉਹਦਾ ਫਿਰ ਫਲ ਮਿਲਦਾ ਹੀ ਆ ਹਾਂਜੀ ਇਦਾਂ ਹੀ ਆ ਦੇਖੋ ਹਾਂ ਅੰਗੂਰਾਂ ਤਰ੍ਹਾਂ ਖੀਰੇ ਲੱਗੇ ਆ ਅੱਲਾ ਦੀ ਜ਼ਾਤ ਕਾਮਯਾਬ ਕਰੇ। अस्सलाम वालेकुम। बाबा नानक साहब फरमांदे भी नानक अगे सो मिले जो खटिया सो खाए। बई इत्थे बंदा चंगे कर्म करे रिज़के हलाल कमावे हੱਥ ਦੀ कमाई कमावे ना ते अगे भी भला लभदा। इत्थे दोयां दा हक खावे मारा मारी करे ते अगे भी डांगा। तुहानूं पता भी हुण मौसम आ चटाले कड्ढण दा भी हुण ਅੱਸੂ ਦਾ ਮਹੀਨਾ ਅੱਸੂ 'ਚ ਸਿਆਣੇ ਕਹਿੰਦੇ ਵੀ ਘਾਹ ਵੀ ਸੁੱਕ ਜਾਂਦਾ। ਅੱਸੂ ਦੀ ਧੁੱਪ ਜੱਟ ਨੂੰ ਜੋਗੀ ਬਣਾ ਦਿੰਦੀ। ਅੱਜ ਕੱਲ੍ਹ ਦਿਨੇ ਧੁੱਪ ਆ ਰਾਤੀ ਠੰਡ ਆ ਤੇ ਅਸੀਂ ਚਟਾਲੇ ਕੱਢ ਰਹੇ ਹਾਂ। ਚਟਾਲੇ ਦਾ ਜਿਹੜਾ ਬੀਜ ਆ ਨਾ ਵੀ ਇਹ ਬਹੁਤ ਬਰੀਕ ਹੁੰਦਾ ਬੜੇ ਕਾਰੀਗਰੀ ਆ ਇਹਨੂੰ ਬਣਾ ਕੇ ਨਾ ਛੱਟਾ ਦੇਣਾ। ਇਹ ਛੱਟਾ ਦੇਣਾ ਵੀ ਇਹਦੀ ਪੂਰੀ ਕਾਰੀਗਰੀ ਹੈ। ਇੱਕ ਤਾਂ ਅਸੀਂ ਅੱਜ ਚਟਾਲਾ ਕੱਢਾਂਗੇ ਤੇ ਨਾਲੇ ਅਸੀਂ ਅੱਜ ਤੁਹਾਨੂੰ ਦੱਸਾਂਗੇ ਵੀ ਸਾਡੀ ਸਬਜ਼ੀ ਦੀ ਕੀ ਸੂਰਤ ਹਾਲ ਆ ਕਿੱਥੇ ਗੱਲ ਖੜੀ ਆ ਤੇ ਕੀ ਬਣਾ ਰਿਹਾ ਕੀ ਅਸੀਂ ਗੱਡਿਆ ਕਾਹਦਾ ਮੌਸਮ ਆ ਤੇ ਜਿਹੜੀ ਗੱਡੀ ਆ ਉਹਦਾ ਕੀ ਬਣਿਆ ਵੀ ਮੌਸਮ ਦੇ ਅਸਰਾਤ ਸਬਜ਼ੀ ਤੇ ਇਸ ਟਾਈਮ ਕੀ ਚੱਲ ਰਹੇ ਆ ਸਾਰੀ ਜਿਹੜੀ ਆ ਨਾ ਉਹ ਬਰੀਕੀ ਦੇ ਵਿੱਚ ਗੱਲਬਾਤ ਤੁਹਾਨੂੰ ਦੱਸਾਂਗੇ। ਪਰ ਜਿਹੜਾ ਬੰਦਾ ਵੀ ਚਟਾਲੇ ਗੱਡੇ ਨਾ ਅੱਜ ਕੱਲ੍ਹ ਉਹ ਛੱਟਾ ਬਾਬਾ ਆ ਜਾ ਤੂੰ ਛੱਟਾ ਜਿਹੜਾ ਨਾ ਉਹ ਅਣਜਾਣ ਬੰਦਾ ਨਾ ਦੇਵੇ ਛੱਟਾ ਕਾਰੀਗਰ ਬੰਦਾ ਦੇਵੇ। ਇਹਦਾ ਬਰੀਕ ਵੀ ਹੁੰਦਾ ਸਿਰ ਦੇ ਵਾਲਾਂ ਤਰ੍ਹਾਂ ਤੇ ਆ ਤੁਹਾਨੂੰ ਬਾਬਾ ਲਸ਼ਕਰ ਦੇ ਕੇ ਵੀ ਦਿਖਾਉਂਦਾ ਮੈਂ ਵੀ ਲੈਣਾ ਤੇ ਫਿਰ ਮੇਰੇ ਕੋਲ ਦੋ ਕੰਮ ਨਹੀਂ ਹੋਣੇ। ਹੁਣ ਮੈਂ ਗੱਲਾਂ ਕਰਾਂਗੇ ਛੱਟਾ ਦੇਵਾਂ ਛੱਟਾ ਬਾਬਾ ਲਸ਼ਕਰ ਦਊਗਾ ਤੇ ਬਾਬਾ ਲਸ਼ਕਰ ਨੇ ਮੈਂ ਪਹਿਲਾਂ ਇੱਕ ਗੱਲ ਨਾ ਕਰ ਲਵਾਂ। अस्सलाम वालेकुम बाबा। वालेकुम सलाम। की हाल चाल है जी? अल्लाह का शुक्र खैर। ये कितनी देर होगी तेन छट्टा देंदे? मैंने तो हो गया 40 साल। 40 साल हो गए? 40 साल हो गए छट्टे देने। अच्छा ये बड़ी कारीगरी है? ये बड़ी कारागरी है। अच्छा ये भी आम निक्का भी आम बंदा नहीं पा सकता। हाँ ये है कुंगल च कढना ਹੁੰਦਾ ਹੈ। हाँ इदा हाँ इदा इदा ਇਹ ਨਹੀਂ ਵੀ ਸਾਰੀ ਮੋਟ ਖੁੱਲੀ ਛੱਡ ਦੇ। हाँ ਉਂਗਲ इदा छट्टा जावे। ਇਹ ਐਸੇ ਕੁੰਗਲ ਚ ਕੱਢਣਾ ਹੁੰਦਾ ਵੀ हाँ ਇਹ ਬੜਾ ਪੂਰਾ ਕਰਨਾ ਬੜਾ ਔਖਾ ਹੈ। हाँ बड़ी का साइंसदान है ਹਾਂ ये बंदा साइंसदान है। ਇਹ ਹੁਣ ਮੈਂ ਦੋ ਖੱਤਿਆਂ ਦੇ ਚਾਹ ਨਾ ਵੀ ਆਂਦਾ ਤੇ ਆਉਂਦਾ हाँ हाँ ਇਹ ਸੇ ਕੁੰਗਲ ਚ ਛੱਟਾ ਦੇਣਾ ਹੈ। अच्छा ਇਹ ਦੋ ਵਾਰੀ ਦੋਵਾਂ ਖੱਤਿਆਂ ਪਾਣਾ ਹੈ। हाँ ਇਹ 1 ਕਿਲੋ ਵੀ ਇਹ ਪੂਰਾ ਕਰਨਾ। ਬੱਲੇ 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 ਕਿਲੋ 20 ਦੀ ਦੋਰ ਲਾਣੀ ਆ ਗੱਲ ਨਹੀਂ ਤੈਨੂੰ ਸਮਝ ਆਈ ਇਧਰ ਮੇਰੇ ਕੰਨੀ ਦੇਖ ਇੰਨਾ ਕੁ ਬੀ ਆ ਤੇ ਐਡੇ ਖੱਤੇ 'ਚ ਦੋਰ ਲਾਣੀ ਆ ਆਹ ਤਾਂ ਭਰ ਗਿਆ ਅਗਲਾ ਭਰਨ ਲੱਗਾ ਪਾਣੀ ਭਰ ਕੇ ਇਹਦਾ ਬੀ ਹੁੰਦਾ ਹੌਲਾ ਪਾਣੀ ਭਰੇ ਬੀ 'ਚ ਭਰੇ ਖੱਤੇ 'ਚ ਨਾ ਖਲੋਤੇ ਪਾਣੀ 'ਚ ਬੀ ਸਿੱਟਣਾ ਤਰ ਕੇ ਜਦੋਂ ਪਾਣੀ ਜਿੱਦਾਂ ਪਾਣੀ ਸਿਮਣਾ ਨਾ ਪਾਣੀ ਪੀਣਾ ਧਰਤੀ ਨੇ ਉਦਾਂ ਬੀ ਉੱਥੇ ਜਾ ਕੇ ਵੀ ਥੱਲੇ ਬਹਿ ਜਾਣਾ ਤੇ ਉਹ ਜੰਮ ਪੈਣਾ ਬੜੀ ਕਾਰੀਗਰੀ ਹੈ ਬੜੀ ਕਾਰਾਗਰੀ। ਵਾਹ ਬਈ ਇਹ ਐਡਾ ਸੌਖਾ ਨਹੀਂ ਵੀ ਪੈਂਦਾ। ਅੱਛਾ ਹਾਂ ਕਿੰਨਾ ਪੈਂਦਾ ਕਿੱਲੇ ਦਾ ਸ਼ਿਤਾਲੇ ਦਾ ਵੀ 8 ਕਿਲੋ ਪੈਂਦਾ। 8 ਕਨਾਲ ਦਾ 1 ਕਿਲੋ ਇੱਕ ਕਨਾਲ 1 ਕਿਲੋ ਪੈਂਦਾ। ਜੇ ਏਡਾ ਔਖਾ ਕੰਮ ਆ ਬੰਦੇ ਨਾ ਕਰਨ ਫਿਰ ਇਹ ਤੇ ਛੱਡ ਦੇਵੇਂ ਛੱਡ ਦਿਓ ਜੀ ਨਹੀਂ ਹੁੰਦਾ ਤੇ ਏਡਾ ਔਖਾ ਹਾਂ ਨਹੀਂ ਹੁੰਦਾ ਛੱਡ ਦਿਓ। ਹਾਂ ਚਲੋ ਜੀ ਤੁਸੀਂ ਕਰੋ ਛੱਟਾ ਅੱਛਾ ਜੇ ਕੋਈ ਬੰਦਾ ਦੂਰ ਕਿਤੇ ਛੱਟਾ ਮਰਾਣਾ ਹੋਵੇ ਤੈਨੂੰ ਸੱਦ ਲਵੇ ਸੱਦ ਲਵੇ। ਅੱਛਾ ਤੇ ਜਹਾਜ਼ ਦਾ ਖਰਚਾ ਉਹਦਾ ਖਰਚਾ ਹੁੰਦਾ ਆਣ ਜਾਣ ਦਾ। ਆਣ ਜਾਣ ਦਾ ਖਰਚਾ ਉਹਦਾ ਜੀ ਬਾਬਾ ਆ ਕੇ ਛੱਟਾ ਦੇ ਦੂ ਹਾਂ ਛੱਟਾ ਫਰੀ। ਵਾਹ ਬਈ ਵਾਹ ਜੀ ਵਾਹ ਛੱਟਾ ਫਰੀ ਹਾਂ ਲੈ ਜਾਵੇ ਤੇ ਲੈ ਆਵੇ ਬਸ। ਬਸ ਹਾਂ ਛੱਟਾ ਬਾਬਾ ਫਰੀਦੂ ਭਾਵੇਂ ਰਾਤ ਹੋਵੇ ਬਾਂਦੇ ਹੋ ਕੋਈ ਡਰ ਨਹੀਂ। ਰਾਤ ਨੂੰ ਹਨੇਰੀ ਰਾਤ ਹੋਵੇ ਤਾਂ ਵੀ ਕੋਈ ਡਰ ਨਹੀਂ ਆਪਾਂ ਰਾਤ ਨੂੰ ਛੱਟਾ ਦੇ ਲੈਂਦਾ ਬਿਲਕੁਲ ਹਨੇਰੀ ਸਾਇੰਸਦਾਨ ਆ ਬਾਬਾ ਹਨੇਰੀ ਰਾਤ ਹੋਵੇ ਤਾਂ ਵੀ ਕੋਈ ਡਰ ਨਹੀਂ ਆਪਾਂ। ਇਦਾਂ ਦੇ ਜਿਹੜੇ ਸਾਡੇ ਬਜ਼ੁਰਗ ਸਾਇੰਸਦਾਨ ਸੀ ਥੋੜੇ ਰਹਿ ਗਏ ਹਾਂ ਤੇ ਇਹ ਜਿਹੜੇ ਛੱਟਿਆਂ ਵਾਲੇ ਸੀ ਹਾਏ ਹਾਏ ਮੈਂ ਕਹਿੰਦਾ ਨਹੀਂ ਵੀ ਧੋਤੀਆਂ ਵਾਲੇ ਪੱਗਾਂ ਵਾਲੇ ਤੇ ਇਹ ਆ ਉਹ ਜਿਹੜੇ ਤੁਹਾਨੂੰ ਅਗਲੇ ਦਿਨ ਦੱਸਿਆ ਵੀ ਬਲੈਕ ਐਂਡ ਵਾਈਟ ਅੱਖਾਂ ਨਾਲ ਰੰਗੀਨ ਦੁਨੀਆ ਦੇਖ ਰਹੇ ਜਿਹੜੇ ਦੁੱਖ ਸੁੱਖ ਦੇ ਸਾਂਝੀ ਥੋੜੇ ਰਹਿ ਗਏ ਇਹ ਆਖਰੀ ਪੂਰਾ ਇਹਨਾਂ ਤੋਂ ਮਰਾ ਲਓ ਛੱਟਾ ਜਿਹੜਾ ਮਰਨ ਮਾਰੋ ਜੀ ਛੱਟਾ ਤੁਸੀਂ ਇੱਕ ਨਾ ਖੁੰਝ ਤੋਂ ਸ਼ੁਰੂ ਹੋ ਕੇ ਨਾ ਤੇ ਤੂੰ ਆਪਦਾ ਦੇ ਤੇ ਮੈਂ ਗੱਲਾਂ ਬਾਤਾਂ ਕਰਦਾ ਅਸੀਂ ਜੀ ਉਹ ਥਾਂ ਆ ਤੂੰ ਕਰਦਾ ਰਹਾ ਮੈਂ ਤਾਂ ਇੱਥੋਂ ਆ ਕੰਮ ਸ਼ੁਰੂ ਕੀਤੀ ਕਰ ਲਓ ਜੀ
ਇਹ ਉਹ ਥਾਂ ਜਿੱਥੇ ਅਸੀਂ ਬਾਗ ਲਾਇਆ ਸੀ, ਪੌਦੇ ਲਾਏ ਫਲਾਂ ਵਾਲੇ, ਵੀ ਚਲੋ ਕਿਤੇ ਬੰਦਾ ਦਿਲ ਪਸ਼ੌਰੀ ਕਰ ਲੈਂਦਾ, ਕਿਤੇ ਮਾਲਟਾ ਤੋੜ ਕੇ ਖਾ ਲਿਆ, ਕਿਤੇ ਫਲੂਟਰ ਤੇ ਕਿਤੇ ਅਮਰੂਦ ਆ, ਤੇ ਇਦਾਂ ਕਰਕੇ। ਤੇ ਇਹਦੇ 'ਚ ਹੁਣ ਜਦੋਂ ਤੱਕ ਇਹ ਬੂਟੇ ਵੱਡੇ ਨਹੀਂ ਹੁੰਦੇ ਨਾ, ਤੇ ਇਹਦੇ 'ਚ ਅਸੀਂ ਆਪਣਾ ਪੱਠਾ ਪਹਾੜਾ ਗੱਡ ਸਕਦੇ ਹਾਂ, ਜਿੱਦਾਂ ਮਰਜ਼ੀ ਗੱਡੀਏ। ਜ਼ਮੀਨ ਬਣਾਈ ਹੈ ਸਾਡੇ ਗੋਡੇ ਗੋਡੇ ਤੱਕ ਇਹ ਜ਼ਮੀਨ ਆ ਰਹੀ ਆ, ਜਿਹੜਾ ਐਡੀ ਪੋਲੀ ਬਣਾਈ ਹੈ। ਚਟਾਲੇ ਦੀ ਜ਼ਮੀਨ ਜਿਹੜੀ ਆ ਨਾ, ਬਰਸਣ ਦੀ ਚੰਗੀ ਬਣਾਉਣੀ ਚਾਹੀਦੀ, ਲੂਸਣ ਦੀ ਵੀ ਇਦਾਂ ਹੀ ਬਣਾਉਣੀ ਚਾਹੀਦੀ। ਲੂਸਣ ਵੀ ਅਸੀਂ ਗੱਡਣਾ, ਹਾਂਜੀ। ਲੂਸਣ ਇੱਕ ਤਾਂ ਔਖੇ ਟਾਈਮ 'ਚ ਕੰਮ ਆਉਂਦਾ, ਤੇ ਇੱਕ ਘੋੜੀ ਵਾਸਤੇ, ਬੱਕਰੀਆਂ ਵਾਸਤੇ ਲੂਸਣ ਹੋਣਾ ਚਾਹੀਦਾ। ਆਜ਼ਾਦ ਸਾਹਿਬ ਇੱਥੇ ਆਇਓ, ਤੁਹਾਡੇ ਨਾਲ ਗੱਲ ਅਸੀਂ ਕਰਨ। ਅੱਛਾ, ਇਹ ਜੀ ਮੁੰਡਾ ਨਹਾਤਾ ਧੋਤਾ ਸਾਡੇ ਇੱਧਰ ਦੀ ਆ, ਉੱਥੇ ਆ ਜਾ। ਇਹਦੇ ਨਾਲ ਤੁਹਾਨੂੰ ਇੱਕ ਗੱਲ ਦੱਸਦੇ ਆ, ਇਹ ਮੁੰਡਾ ਵੀ ਕਹਿ ਲਓ ਇੱਕ ਕਿਸਮ ਦਾ ਸਾਇੰਸਦਾਨ ਹੀ ਆ। ਅੱਛਾ ਜੀ, ਬਾਜੇ ਬੰਦੇ ਹੁਣ ਗੱਲ ਇਹ ਕਰਦੇ ਆ ਵੀ ਯਾਰ ਹਜੇ ਨਾ ਗੱਡੋ, ਖਲੋ ਜੋ। ਤੇ ਬਾਜੇ ਕਹਿੰਦੇ ਗੱਡ ਲਓ, ਬਾਜੇ ਗੱਡੀ ਜਾਂਦੇ ਆ। ਅੱਛਾ, ਕਹਿੰਦੇ ਜੀ ਦਿਨੇ ਬਹੁਤ ਧੁੱਪ ਆ, ਰਾਤ ਨੂੰ ਠੰਡ ਆ, ਅੱਸੂ ਆ ਨਾ, ਅੱਸੂ ਜਿਹੀ ਕੁਛ ਹੁੰਦਾ। ਤੇ ਤੁਸੀਂ ਦੱਸੋ ਜੀ, ਤੁਸੀਂ ਇਹਨੂੰ ਜ਼ਰਾਤ ਨੂੰ ਸਮਝਦੇ ਆ, ਕਿਸਾਨੀ ਨੂੰ? ਇਹਦੇ ਚ ਸਰਦਾਰ ਸਾਹਿਬ ਇਹ ਆ ਕਿ ਜਿਵੇਂ ਉਹ ਬਾਬਾ ਜੀ ਨੇ ਦੱਸਿਆ ਨਾ, ਬਾਬੇ ਲਸ਼ਕਰ ਨੇ, ਕਿ ਇਹ ਬੀ ਬੜਾ ਬਰੀਕ ਹੁੰਦਾ ਹੈ। ਹਾਂ, ਬਰੀਕ। ਜਦੋਂ ਬਰੀਕ ਆ, ਇਹ ਜੰਮਦਾ ਵੀ ਫਿਰ ਥੋੜਾ ਕਮਜ਼ੋਰ ਹੁੰਦਾ ਹੈ। ਠੀਕ ਹੈ ਜੀ। ਅੱਛਾ ਜੀ। ਤੇ ਇਹਦੇ ਵਾਸਤੇ ਟੈਂਪਰੇਚਰ ਜਿਹੜਾ ਜਿਹਨੂੰ ਅਸੀਂ ਗਰਮੀ ਦਾ ਮਤਲਬ ਕਹਿੰਦੇ ਆ, ਉਹ ਆਈਡੀਅਲ ਹੋਣਾ ਜ਼ਰੂਰੀ ਹੈ। ਆਈਡੀਅਲ ਟੈਂਪਰੇਚਰ, ਤੇ ਉਹਦੇ ਦਿਨ ਦਾ ਤੇ ਰਾਤ ਦਾ ਦੋਵੇਂ ਜਿਹੜੇ ਦਰਜਾ ਹਰਾਰਤ ਨੂੰ ਮੱਦੇਨਜ਼ਰ ਰੱਖਿਆ ਜਾਂਦਾ ਇਸ ਫਸਲ ਵਾਸਤੇ। ਤੇ ਹੁਣ ਜਿਹੜਾ ਟਾਈਮ ਚੱਲ ਰਿਹਾ ਨਾ, ਇਹ ਮੈਂ ਕਹਿੰਦਾ ਠੀਕ ਹੈ। ਇਹਦੇ 'ਚ ਹੁਣ ਕੋਈ ਮਸਲਾ ਨਹੀਂ ਹੈ। ਅੱਜ ਤੋਂ 5-7-10 ਦਿਨ ਪਹਿਲੇ ਥੋੜਾ ਜਿਹਾ ਹੈ ਸੀਗਾ ਟੈਂਪਰੇਚਰ ਦਾ, ਹੁਣ ਕਾਫੀ ਬਿਹਤਰ ਹੋ ਗਿਆ। ਰਾਤ ਦਾ ਟੈਂਪਰੇਚਰ ਤੁਹਾਡਾ ਦਰਜਾ ਹਰਾਰਤ ਵੀ ਬਿਹਤਰ ਹੋ ਗਿਆ। ਹੁਣ ਜਿਹੜੇ ਲੋਕ ਲਾ ਰਹੇ ਨੇ ਉਹ ਬਿਲਕੁਲ ਆਂਚਕ ਹੋ ਕੇ ਲਾਣ। ਠੀਕ ਹੈ ਜੀ। ਤੇ ਇਹ ਜੰਮੇਗਾ ਵੀ, ਅਗਰ ਬੀ ਤੁਹਾਡਾ ਠੀਕ ਹੈ ਤੇ ਇਹਦੇ ਹੁਣ ਕੋਈ ਮਸਲਾ ਨਹੀਂ, ਹੁਣ ਠੀਕ ਹੈ। ਹੁਣ ਟੈਂਪਰੇਚਰ ਠੀਕ ਹੈ। ਇਸੇ ਟੈਂਪਰੇਚਰ ਦੀ ਵਜ੍ਹਾ ਹੁੰਦੀ ਆ ਵੀ ਦਰਜਾ ਹਰਾਰਤ ਨੂੰ ਤੁਸੀਂ ਖਿਆਲ ਰੱਖੋ। ਹਾਂ, ਠੀਕ ਹੈ। ਇਹ ਜੀ ਜ਼ਾਹਦਨ ਟਾਲ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਆ। ਤੁਸੀਂ ਬੜੇ ਪਤੇ ਦੀ ਗੱਲ ਦੱਸੀ ਵੀ ਉਹ ਕਹਿੰਦੇ ਆ ਵੀ ਜੇ ਦਿਨੇ ਤਾਪ ਘਟ ਜਾਵੇ ਨਾ ਤੇ ਤੁਸੀਂ ਲਾ ਲਓ। ਹੁਣ ਤਾਪ ਘਟਿਆ ਹੋਇਆ, ਹੁਣ 30 ਤੋਂ ਉੱਤੇ ਨਹੀਂ ਹੈ। 30 ਤੋਂ ਉੱਤੇ ਨਹੀਂ, ਹੁਣ ਠੀਕ ਹੈ। ਹੁਣ ਠੀਕ ਆ। ਹੁਣ ਅੱਗੇ ਵੀ ਵੈਸੇ ਬਾਰਿਸ਼ਾਂ ਦੱਸੀਆਂ, 2-4 ਦਿਨਾਂ ਦੀ ਬਾਰਿਸ਼ਾਂ ਦਾ ਵੀ ਦੱਸਿਆ। ਅੱਛਾ ਜੀ। ਹਾਂ, 7 ਤਰੀਕ ਤੋਂ ਬਾਰਿਸ਼ਾਂ ਸ਼ੁਰੂ। ਅੱਛਾ, ਉਹ ਮੀਂਹ ਦਾ ਤਾਂ ਕੋਈ ਨਹੀਂ ਨਾ, ਇਹਨੂੰ ਕੋਈ ਮਸਲਾ, ਇਹਨੂੰ ਕੋਈ ਨਹੀਂ ਜੀ ਮੀਂਹ ਦਾ, ਇਹਨੂੰ ਕੋਈ ਨਹੀਂ, ਜਿੱਦਾਂ ਮਰਜ਼ੀ ਪੈ ਜਾਵੇ ਮੀਂਹ। ਪਰ ਇਹ ਗੱਡਣ ਤੋਂ ਮੀਂਹਾਂ ਤੋਂ ਪਹਿਲਾਂ ਗੱਡੀ ਜਾਵੇ। ਹਾਂ, ਗੱਡੀ ਜਾਵੇ। ਹਾਂਜੀ। ਜ਼ਿਮੀਂਦਾਰਾ ਕਰਨਾ ਬਹੁਤ ਔਖਾ। ਅੱਛਾ ਜੀ। ਜਿਹੜਾ ਆ ਖੱਤੇ 'ਚ ਆਪਾਂ ਖੜਿਆ ਹੈ ਨਾ, ਇਹਦੇ ਚਾਰ 'ਚ ਫਿਰ ਪਾਣੀ ਨਹੀਂ ਸੀ ਚੜਦਾ। ਹਾਂ, ਆ ਕੋਲੇ ਰੱਖ ਇੱਥੇ। ਇਹ ਮੈਂ ਕੱਲ ਦਾ ਲੱਗਾ ਕਈ ਨਾਲ ਮਿਹਨਤ ਕਰੇ। ਹਾਂ, ਵੇਖ ਲੈ ਚਾਰ 'ਚ ਫਿਰ ਇੱਕ ਜਿਹਾ ਪਾਣੀ ਨਹੀਂ ਜੀ। ਜਿਹੜੀ ਬਾਬਾ ਲਸ਼ਕਰ ਕਈ ਦਾ ਕਾਰੀਗਰ ਆ, ਕਈ ਚਲਾਣਾ ਹਰ ਬੰਦੇ ਦੇ ਵੱਸ ਦਾ ਰੋਗ ਨਹੀਂ। ਇਹ ਉੱਥੋਂ ਮਿੱਟੀ ਲੈ ਕੇ ਆ ਤੇਰੇ ਪੈਰਾਂ ਤੇ ਇੱਟਾਂ ਤੇ ਮੈਂ ਖਿਲਾਰੀ ਨੀਵੇਂ ਥਾਵਾਂ। ਮੈਂ ਕਹਿੰਦਾ ਕਈ ਤੇ ਸਰੰਗੀ ਇਹ ਹਰ ਬੰਦਾ ਨਹੀਂ ਵਜਾ ਸਕਦਾ। ਜੇ ਇਹ ਮੈਂ ਨਾ ਕਰਦਾ ਨਾ ਕਈ ਨਾਲ, ਇਹ ਇੱਥੋਂ ਪਰਾ ਪਾਣੀ ਜਾਣਾ ਹੀ ਨਹੀਂ ਸੀ। ਇਹ ਬੰਨੇ ਛਾਂਗਿਆ, ਅਸੀਂ ਤਾਂ ਸੀਗਾ ਉਧਰ ਗਏ ਹੋਏ ਸਲਾਬ ਤੇ ਪਿੱਛੋਂ ਬਾਬੇ ਨੇ ਇਹ ਤਾਂ ਹੈ ਨਾ ਇੰਨਾ ਕੁ ਟੋਟਾ, ਪਰਲੇ ਪਾਸੇ 2 ਕਿੱਲੇ ਜ਼ਮੀਨ ਇਦਾਂ ਹੀ ਚਟਾਲੇ ਵਾਸਤੇ ਸੋਹਣੀ ਛਾਂਗ ਕੇ ਬੰਨੇ ਤਿਆਰ ਕੀਤੇ ਆ। ਤੇ ਇਹ ਫਿਰ ਆਪਾਂ ਇਹਨੂੰ ਮੌਜਾਂ ਵੀ ਤਾਂ ਲੁੱਟਣੀਆਂ, ਛਮਾਈ ਖਾਣਾ ਵੀ ਤਾਂ ਹੈ। ਆ ਵੇਖ ਲੈ ਪੂਰੇ ਟੋਟੇ ਇੱਕ ਜਿਹਾ ਪਾਣੀ ਖੜਾ, ਇੱਕ ਜਿਹਾ ਪਾਣੀ, ਕੋਈ ਥਾਂ ਛੱਡਿਆ ਪਾਣੀ ਨਹੀਂ ਕੋਈ ਨਹੀਂ। ਇਹ ਇੱਕੋ ਜਿਹਾ ਮਕਈ ਨਾਲ ਕੀਤਾ ਤਾਂ ਇਹ ਕੰਮ ਹੋਇਆ। ਵਾਹ ਬਈ ਵਾਹ, ਜਿਉਂਦੇ ਵਾਸਤੇ ਰਹੋ, ਜ਼ਿੰਦਾਬਾਦ ਬਾਬਾ ਲਸ਼ਕਰ ਜ਼ਿੰਦਾਬਾਦ। ਅੱਜ ਬਗਲੇ ਥੋੜੇ ਆਏ ਜੀ, ਬਗਲਿਆਂ ਦਾ ਘਰ ਦੇ ਵਿੱਚ ਕੋਈ ਅੱਜ ਹੈ ਸੀ, ਹਾਂ ਫੰਕਸ਼ਨ ਸੀ ਘਰ ਦੇ ਵਿੱਚ, ਤੇ ਉਹ ਤਾਂ ਬਹੁਤੇ ਘੱਟ ਆਏ। ਹਾਂ, ਅੱਛਾ ਜੀ, ਹੁਣ ਅਸੀਂ ਤੁਹਾਨੂੰ ਨਾ ਦਿਖਾਉਂਦੇ ਆਪਣੀ ਸਬਜ਼ੀ। ਉਸ ਸਬਜ਼ੀ ਦੀ ਬਰੀਕੀ 'ਚ ਗੱਲ ਕਰਦੇ ਹਾਂ। ਤੇ ਉਹ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ, ਉਹੀ ਗੁਮੀਆਂ ਸੀ ਜਿਹੜੀਆਂ ਮੈਂ ਪੱਤੋਕੀ ਤੋਂ ਲੈ ਕੇ ਆਇਆ ਸੀ, ਨਿੱਕੀਆਂ। ਕੋਈ ਸ਼ਾਇਦ ਲਾ ਦੇਵੇ ਨਾ ਬੰਦਾ, ਕੋਈ ਜ਼ਮੀਨ 'ਚ ਜਿਹਦੀਆਂ ਜੜ੍ਹਾਂ ਲੱਗ ਜਾਣ, ਹੌਲੀ ਡਾਡਾ ਹੋ ਹੀ ਜਾਂਦਾ। ਤੇ ਆ ਦੇਖ ਲਓ, ਰੱਬ ਨੇ ਚਾਹਿਆ ਤੇ ਕਿੱਥੇ ਹੁਣ 16 ਦਰੀ ਸਾਡੀ ਇੰਜ ਛਾਂ ਦੇ ਵਿੱਚ ਆ ਗਈ, ਬੁੱਕਲ ਦੇ ਵਿੱਚ ਆ ਗਈ ਹੈ। ਲੈ ਗਰਮੀਆਂ ਨੂੰ ਇੱਥੇ ਮੌਜਾਂ ਲੁੱਟਾਂਗੇ। ਅੱਛਾ ਜੀ, ਆਓ ਹੁਣ ਚੱਲਦੇ ਹਾਂ ਸ਼ਾਹ ਸਰੋਇਆ ਸਾਹਿਬ ਕੋਲ, ਪੁੱਛਦੇ ਹਾਂ ਵੀ ਕਿਹੜੀ ਸ਼ੈ ਲੱਗ ਸਕਦੀ ਆ, ਜਿਹੜੀ ਲੱਗੀ ਹੋਈ ਆ ਉਹਨੂੰ ਸੰਭਾਲਣਾ ਕਿਵੇਂ ਆ, ਵੀ ਜਿਹੜਾ ਦਿਨ ਰਾਤ ਦਾ ਅੱਜ ਚੱਲ ਰਿਹਾ ਟੈਂਪਰੇਚਰ, ਵੀ ਉਹਦੇ 'ਚ ਕੀ ਬੰਦੋਬਸਤ ਕਰਨਾ, ਤੇ ਜਿਹੜੀ ਸ਼ੈ ਲੱਗੀ ਆ, ਕਰੇਲਾ ਲੱਗਾ, ਖੀਰੇ ਲੱਗੇ, ਵੀ ਉਹ ਕੈਸੇ, ਜਿਹੜੇ ਤੁਹਾਨੂੰ ਲੱਗਦੇ ਦਿਖਾਏ ਸੀ ਉਹ ਤੁਹਾਨੂੰ ਦੱਸੀਏ ਵੀ ਉਹਨਾਂ ਦਾ ਬਣ ਬਣਾ ਕੀ ਰਿਹਾ। ਆਓ ਮਿੰਟ ਕਾਓ ਮੇਰੇ ਨਾਲ, ਆ ਜਾਓ। ਸ਼ਾਹ ਸਰੋਇਆ ਸਾਹਿਬ ਕੋ ਅਸੀਂ ਪਹੁੰਚ ਗਏ ਹਾਂ ਜੀ। ਸ਼ਾਹ ਸਰੋਇਆ ਸਾਹਿਬ, ਜਿਹੜਾ ਤੁਸੀਂ ਹਿੱਸਾ ਪਾਇਆ ਸਲਾਬ ਜ਼ਦਗਾਨ ਚ, ਅੱਲਾਹ ਤਾਲਾ ਕਬੂਲ ਕਰੇ। 2-3 ਗੱਲਾਂ ਮੋਟੀਆਂ ਸਾਨੂੰ ਦੱਸ ਦਿਓ। ਵੀ ਇੱਕ ਤਾਂ ਇਹ ਦੱਸ ਦਿਓ ਵੀ ਹੁਣ ਲੱਗ ਕੀ ਰਿਹਾ, ਪਹਿਲਾਂ ਤਾਂ ਇਹ ਗੱਲ ਕਰ ਲਈਏ ਵੀ ਹੁਣ ਲੱਗ ਕੀ ਸਕਦਾ। ਲੋਕ ਕਹਿੰਦੇ ਆ ਵੀ ਸਾਨੂੰ ਦੱਸੋ ਵੀ ਅਸੀਂ ਕੀ ਲਾਈਏ। ਇਸ ਟਾਈਮ ਜਿਹੜੀ ਆ ਜਿੰਨੀਆਂ ਵੀ ਸਬਜ਼ੀਆਂ ਲੱਗਦੀਆਂ ਉਹਨਾਂ ਦੀ ਪਨੀਰੀਆਂ ਕਾਸ਼ ਹੁੰਦੀਆਂ ਪਈਆਂ ਇਸ ਟਾਈਮ। ਅੱਛਾ ਠੀਕ ਹੈ। ਸਬਜ਼ ਮਿਰਚ ਆ, ਸ਼ਿਮਲਾ ਮਿਰਚ ਆ,
ਇਹਨਾਂ ਦੀ ਪਨੀਰੀ ਕਾਸ਼ਤ ਹੁੰਦੀ ਆ। ਅੱਛਾ ਜੀ। ਜਿਹੜੀ ਟਿੰਡੀ ਆ ਉਸ ਟਾਈਮ ਡਾਇਰੈਕਟ ਲੱਗਦੀ ਪਈ ਆ ਹਾਂ ਹਾਂ ਟਿਸ਼ੂ ਦੇ ਉੱਤੇ ਟਿਸ਼ੂ ਪਾ ਕੇ। ਅੱਛਾ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਹੈਗਾ ਆ ਖੀਰਾ ਆ, ਖੀਰੇ ਦਾ ਅਕਤੂਬਰ ਦੇ ਵਿੱਚ ਟਿਸ਼ੂ 'ਚ ਲੱਗਦਾ ਇਹ। ਠੀਕ ਹੈ 20 ਅਕਤੂਬਰ ਤੱਕ ਟਿਸ਼ੂ ਜਿਹਨੇ ਲਾਣਾ ਉਹ ਲਾ ਲਵੇ, ਉਸ ਤੋਂ ਬਾਅਦ ਇਹਦੀ ਟਿਸ਼ੂ 'ਚ ਕਾਸ਼ਤ ਨਹੀਂ ਹੁੰਦੀ, ਫਿਰ ਛਾਪਰ ਸ਼ੁਰੂ ਹੋ ਜਾਂਦਾ। ਅੱਛਾ ਤੇ ਕਰੇਲਾ ਜਿਹੜਾ ਆ, ਕਰੇਲਾ ਇਨਸੈਕਟ ਨੈਟ ਵਾਲਾ ਸਿਸਟਮ ਸ਼ੁਰੂ ਆ ਹੁਣ। ਉਸ ਤੋਂ ਬਾਅਦ ਜਿਹੜਾ ਇਹ ਅਕਤੂਬਰ ਦੇ ਵਿੱਚ ਜਿਹੜਾ ਟਿਸ਼ੂ ਤੁਸੀਂ ਲਾ ਸਕਦੇ ਆ, ਜਿਹੜੀਆਂ ਅਗੇਤੀ ਵੈਰਾਈਟੀਆਂ ਆ ਜਿਵੇਂ ਬੀਜੀ 13 ਆ, ਜੋ ਕੋਈ ਵੀ ਜਿਹੜੀ ਅਗੇਤੀ ਵੈਰਾਈਟੀ ਜਿਹੜੀ ਜਨਵਰੀ ਜਾ ਕੇ ਪਿਕਿੰਗ ਦਿੰਦੀ ਆ, ਹਾਂ। ਉਹ ਤੁਸੀਂ ਅਕਤੂਬਰ ਦੇ ਵਿੱਚ ਉਹਨਾਂ ਨੂੰ ਮੁਕੰਮਲ ਕਰ ਲਓ। ਅੱਛਾ ਤੁਸੀਂ ਇੱਕ ਤਾਂ ਇਹ ਦੱਸੋ ਵੀ ਤੁਸੀਂ ਲਾਇਆ ਕੀ ਹੋਇਆ, ਪਹਿਲਾਂ ਤਾਂ ਇਹ ਦੱਸੋ। ਅਸੀਂ ਲਾਈ ਹੋਈ ਆ ਜਿਹੜੀ ਜ਼ਮੀਨ 'ਚ ਲੱਗੀ ਹੋਈ ਆ ਸਾਰੀ, ਇਹ ਸਬਜ਼ ਮਿਰਚ ਦੀ ਪਨੀਰੀ ਆ, ਹਰੀ ਮਿਰਚ ਦੀ। ਹਰੀ ਮਿਰਚ ਦੀ। ਠੀਕ ਹੈ ਟਰੇਆਂ 'ਚ ਵੀ ਲੱਗੀ ਆ, ਜ਼ਮੀਨ 'ਚ ਵੀ ਲੱਗੀ ਆ। ਠੀਕ ਆ ਸ਼ਿਮਲਾ ਦੀ ਵੈਰਾਈਟੀ ਲੱਗੀ ਹੋਈ ਆ, ਆ ਸ਼ਿਮਲਾ 'ਚ ਲੱਗੀ ਆ, ਉਹ ਪਰਾਂ ਵੀ ਸ਼ਿਮਲਾ ਦੀ ਵੈਰਾਈਟੀ ਖੜੀਆਂ ਜਿਹੜੀਆਂ। ਆ ਜੀ ਜਿਹੜੀ ਆ ਵਿੱਚ ਦੇ ਡਿਸ਼ਾਂ ਦੇ ਆ, ਇਹ ਮੋਟੀ ਮਿਰਚ ਆ ਸ਼ਿਮਲਾ ਤੇ ਆ ਹਰੀ ਮਿਰਚ ਆ। ਤੇ ਹਰੀ ਮਿਰਚ ਦੀ ਇੱਕੋ ਕਿਸਮ ਆ? ਨਹੀਂ, ਇਹ ਆ ਹੋਰ ਕਿਸਮ ਆ ਜਿਹੜੀ ਉਹ ਟਰੇਆਂ 'ਚ ਲੱਗੀ, ਹੋਰ ਕਿਸਮ ਆ। ਹੋਰ ਕਿਸਮ ਉਹ ਸਿੰਧ ਦੀ ਵੈਰਾਈਟੀ ਆ। ਅੱਛਾ ਸਿੰਧ ਉਹ ਸਾਰਾ ਸਾਲ ਹੀ ਚੱਲਦੀ ਆ ਉਹ। ਠੀਕ ਇਹ ਤੁਸੀਂ ਅੱਗੇ ਵੀ ਲਾਉਂਦੇ ਰਹੇ ਆ ਕਿ ਇਹ ਵੈਰਾਈਟੀਆਂ ਪਹਿਲੀ ਵਾਰੀ ਲਾ ਰਹੇ? ਨਹੀਂ, ਆਹ ਵੈਰਾਈਟੀ ਜਿਹੜੀ 1954 ਅਸੀਂ ਪਹਿਲਾਂ ਹਰ ਸਾਲ ਲਾਉਂਦੇ ਆ। ਅੱਛਾ ਉਹ ਜਿਹੜੀ ਸਿੰਧ ਵਾਲੀ ਵੈਰਾਈਟੀ ਆ ਉਹ ਅਸੀਂ ਇਸ ਸਾਲ ਲਾਈ ਆ। ਉਹ ਇਸ ਸਾਲ ਉਹਦੀ ਖੂਬੀ ਇਹ ਹੈ ਕਿ ਸਾਰਾ ਸਾਲ ਸਾਰੀ ਗਰਮੀ ਚੱਲਦੀ ਰਹਿੰਦੀ ਆ ਉਹ। ਅੱਛਾ ਜੇ ਤੁਸੀਂ ਕਿਸੇ ਬੰਦੇ ਨੇ ਇੱਕ ਮਿਸਾਲ ਆ ਜਿਹੜੀ ਪਨੀਰੀ ਤਿਆਰ ਕਰਨਾ, ਇਹ ਕਹਿੰਦੇ ਪੂਰਾ ਫਨ ਆ। ਆਹ ਥੋੜੇ ਜਿਹੇ ਮਸਾਇਲ ਆਉਂਦੇ ਆ, ਫੰਗਸ ਬਹੁਤ ਜ਼ਿਆਦਾ ਆਉਂਦੇ ਆ। ਬਹੁਤ ਸਾਰੇ ਸਾਡੇ ਜ਼ਿਮੀਂਦਾਰ ਆ ਜਿਹਨਾਂ ਨੇ ਆਪਣੀ ਪਨੀਰੀ ਆਪ ਤਿਆਰ ਕਰਨ ਲੱਗਿਆ ਨਾ, ਬੜੇ ਪੈਸੇ ਖਰਾਬ ਕਰ ਲਏ। ਤੇ ਜੇ ਕੋਈ ਬੰਦਾ ਇਦਾਂ ਸਹਿੰਦਾ ਹੋਵੇ, ਉਹ ਕਹੇ ਸਾਨੂੰ ਪਨੀਰੀ ਤਿਆਰ ਕਰਕੇ ਦੇ ਦਿਓ, ਉਹ ਦੇ ਦੋਗੇ ਤੁਸੀਂ? ਪਨੀਰੀ ਤਿਆਰ ਕਰ ਦੇ ਦੀ ਜਿਵੇਂ। ਅੱਛਾ ਸ਼ਿਮਲਾ ਦੀ ਹੋਵੇ, ਹਰੀ ਮਿਰਚ ਸ਼ਿਮਲਾ ਤੇ ਸਬਜ਼ ਮਿਰਚ ਦੀ ਤੇ ਬੈਂਗਣ ਦੀ। ਅੱਛਾ ਇਹ ਤਿੰਨ ਪਨੀਰੀਆਂ ਤਿਆਰ ਹੁੰਦੀਆਂ। ਬਾਕੀ ਮੋਸਟ ਜਿਹੜੇ ਬੀਜ ਆ ਨਾ ਡਾਇਰੈਕਟ ਬੀਜ ਹੀ ਲੱਗਦੇ ਆ। ਠੀਕ। ਖੀਰੇ ਦਾ ਬੀਜ ਲੱਗਦਾ, ਕਰੇਲੇ ਦਾ ਬੀਜ ਲੱਗਦਾ, ਟਿੰਡੀ ਦਾ, ਕੱਦੂ ਦਾ, ਉਹ ਸਾਰੇ ਬੀਜ ਲੱਗਦੇ ਨੇ ਡਾਇਰੈਕਟ। ਆ ਤਿੰਨ ਚਾਰ ਜਿਹੜੀਆਂ ਸਬਜ਼ੀਆਂ ਹੈਗੀਆਂ ਇਹਨਾਂ ਦੀ ਪਨੀਰੀ ਲੱਗਣੀ ਹੁੰਦੀ ਅੱਗੇ ਲਾ ਕੇ। ਇਹਨਾਂ ਦੀ ਪਨੀਰ ਲੱਗਣੀ ਜੇ ਔਰ ਪਨੀਰੀ ਵਿੱਚ ਜਿਹੜੇ ਦੋਸਤ ਆ ਨਾ ਇਹਦੇ ਲਾ ਕੇ ਤੇ ਬੜੇ ਫੋਨ ਆਉਂਦੇ ਆ ਕਿ ਖਰਾਬ ਕਰ ਲੈਂਦੇ ਆ। ਹਾਂ ਖਰਾਬ ਕਰ ਲੈਂਦੇ। ਉਹ ਜਿਹੜੀ ਆ ਸਪਰੇਅ ਤੋਂ ਕਰਦੇ ਆ ਨਾ, ਇਨਸੈਕਟੀਸਾਈਡ ਜਾਂ ਪੈਸਟੀਸਾਈਡ ਕੋਈ ਵੀ ਕਰਦੇ, ਉਹਦੀ ਮਿਕਦਾਰ ਜ਼ਿਆਦਾ ਰੱਖ ਦਿੰਦੇ ਆ। ਇਹ ਪੌਦੇ ਨਾਜ਼ੁਕ ਹੁੰਦੇ ਆ, ਬਰਦਾਸ਼ਤ ਨਹੀਂ ਕਰਦੇ, ਸੜ ਜਾਂਦੇ ਆ। ਠੀਕ ਹੈ। ਤੇ ਜੇ ਕਿਸੇ ਨੇ ਉਂਝ ਕੋਈ ਪੁੱਛਣਾ ਹੋਵੇ, ਤਿਆਰ ਆਪ ਕਰਨੀ ਹੋਵੇ, ਸਲਾਹ ਕਰਨੀ ਹੋਵੇ? ਸਲਾਹ ਵੀ ਕਰ ਸਕਦੇ, ਕੋਈ ਮਸਲਾ ਨਹੀਂ। ਤਿਆਰ ਕੀਤੀ ਕਿਤੇ ਲੈਣੀ ਹੋਵੇ ਉਹ ਵੀ ਦੇ ਸਕਦੇ ਆ। ਠੀਕ ਹੈ। ਤੇ ਬਹੁਤ ਸਾਰੇ ਜਿਹੜੇ ਦੋਸਤ ਆ ਉਹ ਆ ਕੇ ਵੇਖ ਕੇ ਜਾਂਦੇ ਕਿਵੇਂ ਲਾਣੀ ਹੈ, ਪੁੱਛ ਕੇ ਜਾਂਦੇ ਆ, ਉਹਨਾਂ ਨੂੰ ਗਾਈਡ ਕਰ ਦਿੱਤਾ ਵੀ ਤੁਸੀਂ ਇਵੇਂ ਲਾ ਸਕਦੇ ਹੋ। ਹਾਂ ਇਹ ਤਾਮਨ ਆ, ਇਹ ਅਸਲ ਪੰਜਾਬ ਆ। ਤੁਸੀਂ ਸਲਾਹ ਵੀ ਦਿਓ, ਜੇ ਕਿਸੇ ਨੇ ਸਲਾਹ ਲੈਣੀ ਸਲਾਹ ਲੈ ਲਓ, ਪਨੀਰੀ ਲੈਣੀ ਪਨੀਰੀ ਲੈ ਲਓ। ਅੱਛਾ ਤੇ ਹੁਣ ਅਸੀਂ ਚੱਲਦੇ ਆ ਆਪਣੀ ਫਸਲ ਵੱਲ ਤੇ ਇਹਨਾਂ ਨੂੰ ਪੁੱਛਦੇ ਆ ਵੀ ਸਾਡੀ ਫਸਲ ਜਿਹੜੀ ਆ ਉਹ ਕੀ ਬਣ ਰਿਹਾ। ਆਜੋ। ਸ਼ਾਹ ਸੁਰਾਜ ਸਾਹਿਬ ਕਾਦੀ ਆ? ਤੇ ਇਹ ਸ਼ਿਮਲਾ ਮਿਰਚ ਦੀ ਪਨੀਰੀ ਆ। ਇਹ ਥੋੜੀ ਜਿਹੀ ਗੇਤੀ ਲਾਈ ਹੋਈ ਆ। ਆ ਵੀ ਸ਼ਿਮਲਾ ਦੀ ਨਾਲ ਜਿਹੜੀ ਲੱਗੀ ਹੋਈ ਆ। ਇਹ ਪਛੇਤੀ ਆ, ਇਹ ਗੇਤੀ ਵੈਰਾਈਟੀ ਆ। ਉਹ ਵੀ ਪਰਾਂ ਵੀ ਲੱਗੀਆਂ ਸ਼ਿਮਲਾ ਦੀ ਗੇਤੀਆਂ। ਅੱਛਾ ਤੇ ਇਹ ਤਕਰੀਬਨ ਹੋਰ 5-7 ਦਿਨਾਂ ਬਾਅਦ ਮੁੰਤਕਿਲ ਹੋ ਜਾਣੀ ਖੇਤ ਦੇ ਵਿੱਚ। ਅੱਛਾ ਇਹ ਜੇ ਸਾਰੇ ਦਿਨ ਗਿਣੀਏ ਤਾਂ ਕਿੰਨੇ ਦਿਨਾਂ ਬਾਅਦ ਹੁੰਦੀ ਹੈ? ਇਹਦੇ ਤਕਰੀਬਨ ਇਸ ਟਾਈਮ ਹੋ ਗਿਆ ਕੋਈ 20 ਦਿਨ ਦੀ ਪਨੀਰੀ ਖੜੀ ਮਾਸ਼ਾਅੱਲਾ। ਇਹ ਅੱਛਾ 10 ਦਿਨ ਹੋਰ ਆ, 30 ਦਿਨਾਂ ਤੋਂ ਬਾਅਦ ਇਹ ਮੁੰਤਕਿਲ ਹੋ ਜਾਣੀ ਹੈ। ਠੀਕ। ਆ ਤੁਸੀਂ ਵੇਖੋਗੇ ਜਿਹੜੀ ਤਾਰ ਜਿਹੜੀ ਲੱਗੀ ਹੋਈ ਆ, 2 ਦਿਨ ਮੌਸਮ ਖਰਾਬ ਦੱਸਿਆ, ਬਾਰਿਸ਼ ਦੱਸੀ ਹੋਈ ਆ। ਅੱਛਾ ਜੋ ਹੀ ਮੌਸਮ ਖਰਾਬ ਹੋਵੇ, ਬਾਰਿਸ਼ ਦਾ ਛਾਪਰ ਜਾਂ ਸਾਈਡ ਤੇ ਪਿਆ ਨਾ, ਚੱਕ ਕੇ ਉਹਦੇ ਉੱਪਰ ਪਾ ਦੇਣਾ ਇਹਦੇ ਮੀਂਹ ਮੂੰਹ ਤੋਂ, ਤਾਂ ਕਿ ਬਾਰਿਸ਼ ਜਦੋਂ ਆ ਉੱਪਰ ਡਿੱਗਣੀ ਆ ਨਾ ਇਹਦੇ, ਜਿਹੜੀ ਟਰੇਆਂ 'ਚ ਮਿੱਟੀ ਆ ਇਹ ਬਾਹਰ ਨਿਕਲ ਸਕਦੀ ਇਹਦੀ। ਅੱਛਾ ਡਾਇਰੈਕਟ ਬਾਰਿਸ਼ ਨਾਲ ਪੌਦਾ ਟੁੱਟ ਸਕਦਾ। ਛਾਪਰ ਦੇ ਕੇ ਉਸ ਤੋਂ ਬਾਅਦ 2 ਦਿਨਾਂ ਬਾਅਦ ਫਿਰ ਉਤਾਰ ਦੇ ਇਹਨੂੰ। ਚਲੋ ਇਹ ਫਿਰ ਜਿੱਥੇ ਤੁਸੀਂ ਲਾਣੀ ਆ ਨਾ ਜਿਹੜੇ ਖੇਤ 'ਚ, ਉੱਥੇ ਕੀ ਲਾਣਾ ਉਹ ਆਪਾਂ ਫਿਰ ਵੱਖਰੇ ਗੱਲ ਉਹ ਕਰਾਂਗੇ। ਲੈਦਾ ਕਰ ਲਾ ਜਿੱਦਣ ਜ਼ਮੀਨ ਤਿਆਰ ਕਰਾਂਗੇ ਨਾ, ਉਸ ਤੇ ਗੱਲ ਕਰ ਦਾਂਗੇ ਫਿਰ। ਚਲੋ ਆਜੋ ਅੱਗੇ ਆਜੋ। ਅਸੀਂ ਹੁਣ ਆ ਗਏ ਹਾਂ ਜੀ ਕਰੇਲੇ ਦੇ ਵਿੱਚ। ਤੇ ਇਹ ਕਰੇਲੇ ਦੀ ਸਾਨੂੰ ਇੱਕ ਵਾਰੀ ਮੋਟੀ ਜੀ ਗੱਲ ਦੱਸ ਦਿਓ ਬਰੀਕੀ ਦੇ ਵਿੱਚ ਵੀ ਇਹ ਕਿੱਥੇ ਗੱਲ ਖੜੀ ਹੈ ਜੀ? ਇਹ ਕਰੇਲੇ ਦੀ ਮਾਸ਼ਾਅੱਲਾ ਜੀ ਹੁਣ ਅੱਜ 60 ਦਿਨ ਦੀ ਫਸਲ ਹੋ ਗਈ ਹੈ ਇਹ। ਅੱਛਾ ਜੀ। ਤੇ ਤਕਰੀਬਨ ਇਹਨੂੰ ਕੋਈ ਅਸੀਂ 4 ਦੀ ਪਿਕਿੰਗ ਕਰ ਲਈਆਂ, 4 ਤੁਰਾਈਆਂ ਦੀ ਅਸੀਂ ਕਰ ਲਈਆਂ। ਮਾਸ਼ਾਅੱਲਾ। ਇਨਸੈਕਟ ਨੈਟ ਅਸੀਂ ਤਾਰਤਾ ਇਹਦਾ ਅੱਜ ਤਕਰੀਬਨ ਉਤਾਰੇ ਨੂੰ 8 ਤੋਂ 10 ਦਿਨ ਹੋ ਗਏ ਆ। ਅੱਛਾ ਜੀ। ਤੇ ਹੁਣ ਬਸ ਇਹਦੀ ਪਿਕਿੰਗ ਸ਼ੁਰੂ ਆ। ਤੇ ਆ ਜਿਸ ਟਾਈਮ ਹੁਣ ਉਤਾਰਿਆ ਅਸੀਂ ਇਹਨੂੰ ਜਿਹੜੀ ਨਾ ਫਰੂਟ ਫਲਾਈ ਦਾ ਬਹੁਤ ਸ਼ਦੀਦ ਅਟੈਕ ਆਇਆ ਯਕਦਮ ਉਤਾਰਨ ਨਾ, ਉਹਦੇ ਵਿੱਚ ਤਾਂ ਕੋਈ ਸ਼ੈ ਨਹੀਂ ਜਾਂਦੀ। ਹੁਣ ਅਟੈਕ ਹੈ ਫਰੂਟ ਫਲਾਈ ਦਾ, ਉਹਦੇ ਵਾਸਤੇ ਬਸ ਅਸੀਂ ਇਹਨੂੰ ਸਪਰੇਆਂ ਕਰ ਰਹੇ ਹਾਂ ਅੱਜ ਕੱਲ੍ਹ। ਤੇ ਕੋਈ ਦੀ ਪਾਊਡਰ ਆਉਂਦੀ ਆ, ਡੋਨੀ ਆਉਂਦੀ ਆ, ਉਹਦੀ ਸਪਰੇਆਂ। ਤੇ ਬਾਕੀ ਮਾਸ਼ਾਅੱਲਾ ਪਿਕਿੰਗ ਤੇ ਭਰਪੂਰ ਜਾ ਰਿਹਾ, ਰੇਟ ਵੀ ਇਹਦਾ ਅੱਛਾ ਇਸ ਟਾਈਮ। ਚਲੋ ਸ਼ੁਕਰ। ਤੇ ਬੜੀ ਮਿਹਨਤ ਤੋਂ ਬਾਅਦ ਜੀ ਤੁਸੀਂ ਦੇਖਦੇ ਰਹੇ ਆ ਬੜੀ ਬਰੀਕੀ ਦੇ ਵਿੱਚ ਇਹ ਪਹਿਲਾਂ ਜਿੱਦਾਂ ਜ਼ਮੀਨ ਤਿਆਰ ਕੀਤੀ, ਉੱਤੇ ਮੀਂਹ ਪੈ ਗਿਆ। ਮਾੜਾ ਜ਼ਿਮੀਂਦਾਰ ਹੁੰਦਾ ਨਾ ਜੀ ਮੇਰੇ ਵਰਗਾ, ਤਾਂ ਉਂਝ ਹੀ ਉਹ ਦਿਲ ਛੱਡ ਜਾਂਦਾ। ਤੇ ਪਰ ਸ਼ਾਹ ਸਾਹਿਬ ਨੇ ਅਸੀਂ ਇਹ ਹਿੰਮਤ ਨਹੀਂ ਹਾਰੀ। ਇਹ ਮੀਂਹ ਦੇ ਨਾਲ ਖਾਲੀਆਂ ਪੂਰੀਆਂ ਗਈਆਂ ਸੀ, ਇਹਨੇ ਫਿਰ ਵਿੱਚ ਬੀਜ ਲਾਤਾ। ਬੀਜ ਲਾ ਕੇ ਤੇ ਰੱਬ ਨੇ ਚਾਹਿਆ ਤੇ ਅੱਜ ਜਲ ਥਲ ਹੋ ਗਈ ਆ। ਦੇਖੋ ਉਤਲੇ ਸਿਰੇ ਤੱਕ ਤੁਸੀਂ ਦੇਖੋ ਜੀ ਕਰੇਲੇ ਲੱਗੇ ਉਤਲੇ ਸਿਰੇ ਤੱਕ। ਤੇ ਇਹ ਹੁਣ ਜਿਹੜੀ ਫਸਲ ਆ ਇਹਨੂੰ ਆਪਾਂ ਸਿਆਲੇ ਦੀ ਕਹਾਂਗੇ, ਗਰਮੀਆਂ ਦੀ ਕਹਾਂਗੇ, ਜਾਂ ਸਿਆਲੇ ਗਰਮੀਆਂ ਦੋਵਾਂ ਦੀ ਬਣ ਗਈ? ਨਹੀਂ, ਇਹ ਗਰਮੀਆਂ ਦੀ ਤੱਕ ਫਸਲ ਹੁੰਦੀ ਆ ਇਹ। ਅੱਛਾ। ਇਹ ਦਸੰਬਰ ਤੱਕ ਜਾਏਗੀ। ਜੋ ਹੀ ਸਰਦੀ ਸ਼ੁਰੂ ਹੋਣੀ ਹੈ ਨਾ, ਇਹ 15 ਤੋਂ 20 ਦਸੰਬਰ ਤੱਕ, ਉਸ ਤੋਂ ਮੈਨੇ ਖਤਮ ਹੋ ਜਾਣਾ। ਉਸ ਤੋਂ ਪਹਿਲਾਂ ਅਲਹਮਦੁਲਿਲਾ ਇਹ ਚੱਲਦੀ ਪਈ ਹੈ ਇਹ।
ਤੇ ਇਹ ਦੱਸੋ ਵੀ ਸ਼ਾਹ ਸਾਹਿਬ ਜਿਹੜਾ ਉੱਤੇ ਇੰਨਾ ਮਹਿੰਗਾ ਆਪਾਂ ਕੱਪੜਾ ਲੀੜਾ ਪਾਇਆ ਸੀ ਇਹਦੇ ਤੇ ਉਹ ਤੁਸੀਂ ਲਾਤਾ ਤੇ ਉਹ ਫਿਰ ਬਿਮਾਰੀਆਂ ਤਾਂ ਆਣੀਆਂ, ਬਿਮਾਰੀਆਂ ਬਚਾਉਣ ਵਾਸਤੇ ਤਾਂ ਕੱਪੜਾ ਮਹਿੰਗਾ ਲਿਆ ਸੀ। ਉਹ ਤੁਹਾਨੂੰ ਮੈਂ ਦੱਸਦਾ। ਹਾਂਜੀ। ਉਹਦੇ ਵਿੱਚ ਨਾ ਜਿਹੜਾ ਮੇਨ ਇਸ਼ੂ ਸੀ ਨਾ, ਹਾਂ ਆ ਫੁੱਲ ਮੇਲ ਆ। ਅੱਛਾ। ਕੈਮਰਾਮੈਨ ਦਿਖਾਓ ਰਾ, ਆ ਫੁੱਲ ਮੇਲ ਆ, ਉਹਦੇ ਵਿੱਚ ਪੋਲੀਨੇਸ਼ਨ ਖੁਦ ਕਰਾਣੀ ਪੈਂਦੀ ਸੀ। ਅੱਛਾ। ਆ ਮੇਲ ਆ ਤੇ ਇੱਥੋਂ ਵੇਖੋ ਆ ਫੁੱਲ ਵੇਖੋ, ਆ ਫੀਮੇਲ ਆ ਤੇ ਆ ਮੇਲ ਆ। ਉਸਮਾਨ ਸਾਹਿਬ ਆ ਦੇਖੋ, ਆ ਫੀਮੇਲ ਆ ਤੇ ਆ ਮੈਂ ਦੱਸ ਦਿੰਦਾ, ਅਜੇ ਦੇ ਮਗਰ ਨਿੱਕੀ ਜੀ ਕਰੇਲੀ ਬਣੀ ਆ ਨਾ, ਉਹਨੂੰ ਸਾਦਾ ਵੀ ਇਹ ਮਾਦਾ ਆ ਹੈਗਾ ਸੀ ਨਰ। ਆ ਨਰ ਦਾ ਜਿਹੜਾ ਰੰਗ ਜਿਹਾ ਸੀ ਨਾ, ਆਹ ਹਾਂ ਇਹਨੂੰ ਇਹਦੇ ਨਾਲ ਪੋਲੀਨੇਸ਼ਨ ਕਰਾਣੀ ਆ। ਵੇਖੋ ਅੱਛਾ ਅੱਛਾ, ਆ ਰੰਗ ਲੱਗ ਗਿਆ। ਠੀਕ ਆ। ਇਹ ਜਦੋਂ ਉਹਦੇ ਇਨਸੈਕਟ ਨੈਟ ਸੀ ਨਾ, ਇਹ ਹਰ ਫੁੱਲ ਦੀ ਫੁੱਲਣਾ ਕਰਾਣੀ ਹੈ ਤੇ ਕਰੇਲਾ ਬਣਨਾ। ਅੱਛਾ। ਨਹੀਂ ਤਾਂ ਕਰੇਲਾ ਨਹੀਂ ਬਣਦਾ ਸੀ। ਇਹ ਜਿਹੜੇ ਲਾਂਦੇ ਇਵੇਂ ਕਰਦੇ ਆ ਸਾਰੇ ਜਿਵੇਂ ਇਨਸੈਕਟ ਨੈਟ ਚਲਾਉਂਦੇ ਨੇ, ਸਿਰਫ ਕਰੇਲਾ ਜਿਹੜਾ ਨਾ, ਕੁਝ ਸਬਜ਼ੀਆਂ ਹੈਗੀਆਂ ਜਿਹੜੀਆਂ ਸੈਲਫ ਪੋਲੀਨੇਟਡ ਆ, ਜਿਹਨੇ ਕੋ ਆਪਣੇ ਆਪ, ਜਿਵੇਂ ਖੀਰਾ ਆ, ਸਬਜ਼ ਮਿਰਚ ਆ, ਸ਼ਿਮਲਾ ਆ, ਆਪਣੇ ਆਪ ਪੋਲੀਨੇਸ਼ਨ ਹੋ ਜਾਂਦੀ ਆ। ਜਿਹੜਾ ਕਰੇਲਾ ਹੈ ਇਹਦੀ ਪੋਲੀਨੇਸ਼ਨ ਕਰਾਣੀ ਪੈਂਦੀ ਆ। ਅੱਛਾ। ਉਹ ਨਾ ਕਰਾਣੀ ਪੈਂਦੀ ਪੋਲੀਨੇਸ਼ਨ। ਜਦੋਂ ਪੋਲੀਨੇਸ਼ਨ ਇਹਦੀ ਇਵੇਂ ਕਰਾਉਂਦੇ ਸੀ, ਲੇਬਰ ਲਾਣੀ ਪੈਂਦੀ ਸੀ, ਉਹ ਟਾਈਮ ਬਹੁਤ ਜ਼ਿਆਦਾ ਲੱਗਦਾ ਸੀ ਲੇਬਰ ਦਾ, ਕਾਸਟ ਵੀ ਫਿਰ ਜ਼ਿਆਦਾ ਆਉਂਦੀ ਆ। ਜਦੋਂ ਹੁਣ ਵੱਲਾਂ ਮਚੋਰ ਹੋ ਗਈਆਂ, ਇਹਦਾ ਮਕਸਦ ਹੁੰਦਾ ਇਹਨੂੰ ਇਨਸੈਕਟ ਨਟ ਪੈਣ ਦਾ ਵੀ, ਵਾਈਟ ਫਲਾਈ ਨਾ ਆਵੇ ਤੇ ਵਾਇਰਸ ਨਾ ਆਵੇ। ਜਦੋਂ ਵੱਲ ਮਚੋਰ ਹੋ ਜਾਂਦੀ ਹੈ ਨਾ, ਫਿਰ ਉਹਦਾ ਖਤਰਾ ਘਟ ਜਾਂਦਾ। ਹੁਣ ਮੌਸਮ ਵੀ ਠੀਕ ਹੈ, ਤਕਰੀਬਨ ਗਰਮੀ ਘਟ ਗਈ ਆ, ਉਹਦਾ ਚਾਂਸ ਘਟ ਗਿਆ, ਜਿਹਦੀ ਵਜ੍ਹਾ ਨਾਲ ਹੁਣ ਵੱਲ ਮਚੋਰ ਹੋ ਗਈ, ਅਸੀਂ ਉਤਾਰਤਾ ਉਤੋਂ। ਹੁਣ ਜਿਹੜੀ ਪੋਲੀਨੇਸ਼ਨ ਆ, ਹੁਣ ਜਿਵੇਂ ਮੱਖੀਆਂ ਵਿੱਚ ਉੱਡਣ ਗਈਆਂ, ਆ ਫਰੂਟ ਫਲਾਈ ਹੋ ਗਈ ਜਾਂ ਜੋ ਵੀ ਆ, ਕੁਦਰਤੀ ਹੁਣ ਪੋਲੀਨੇਸ਼ਨ ਹੁੰਦੀ ਰਹੇਗੀ ਇਹਦੀ ਆਪਣੇ ਆਪ। ਪਹਿਲਾਂ ਜਿੰਨੀਆਂ ਅਸੀਂ 2 ਪਿਕਿੰਗਾਂ ਜਿਹੜੀ ਲਿੱਤੀਆਂ ਨਾ, ਅਸੀਂ ਇਹਨੂੰ ਆ ਪੋਲੀਨੇਸ਼ਨ ਕਰਾਈ ਇਹਦੀ। ਹਾਂਜੀ। ਅੱਛਾ ਅੱਛਾ, ਦੇਖੋ ਜੀ ਕੈਸੀ ਸਾਇੰਸ ਹੈ ਵੀ ਉਹ ਫੁੱਲ ਤੋਂ ਫੁੱਲ ਨੂੰ ਰੰਗ ਲੱਗਦਾ ਤੇ ਮਾਲਕ ਨੂੰ ਰੰਗ ਲੱਗਦੇ। ਬੜੀ ਵਰਕਿੰਗ ਹੋਤਾ ਜਿਹੜੀ ਵਰਕਿੰਗ ਆ ਲੇਬਰ ਸਵੇਰ ਸਾਜਰੇ ਜਾਂ ਅਰਲੀ ਜਾਂ ਸ਼ਾਮ ਨੂੰ ਡੇਲੀ ਕਰਾਣੀ ਪੋਲੀਨੇਸ਼ਨ। ਉਹ ਇੱਕ ਫੁੱਲ ਜਿਹੜਾ ਇੱਕ ਦਿਨ ਖਿਲਿਆ ਨਾ, ਅਗਲੇ ਦਿਨ ਫੁੱਲ ਨਹੀਂ ਹੋਣਾ ਉਹ, ਉਹਦਾ ਜਿਵੇਂ ਆ ਦੇਖੋ ਅਗਲੇ ਪਾਸੋਂ ਡਿੱਗ ਜਾਣਾ ਉਹ। ਡੇਲੀ ਉਹ ਤਾਜ਼ੇ ਫੁੱਲ ਨੂੰ ਹੋਣਾ ਤੇ ਉਹਦੀ ਉਹ ਪੋਲੀਨੇਸ਼ਨ ਹੋਣੀ ਆ। ਜਿਹੜੀ ਪੋਲੀਨੇਸ਼ਨ ਨਹੀਂ ਹੁੰਦੀ, ਕਰੇਲਾ ਦਾ ਸਾਈਜ਼ ਉੱਥੇ ਛੋੜਾ ਹੋ ਜਾਂਦਾ, ਪੂਰਾ ਕਰੇਲਾ ਨਹੀਂ ਬਣਦਾ ਹੈਗਾ। ਮੈਂ ਗੱਲ ਤਾਂ ਇਹ ਕਰੇਲਾ ਬਣਿਆ ਨਾ ਵੇਖੋ ਆ ਪੂਰਾ ਕਿਵੇਂ ਨਹੀਂ ਬਣਦਾ ਫਿਰ ਉਹ। ਅੱਛਾ, ਇਹ ਕਰੇਲਾ ਕਹਾਂਗੇ ਕਰੇਲੀ ਕਹਾਂਗੇ? ਇਹ ਕਰੇਲਾ, ਇਹਦੇ ਕਰੇਲੇ 'ਚ ਨਾ ਮੁਖਤਲਿਫ ਵੈਰਾਈਟੀਆਂ ਹੁੰਦੀਆਂ। ਇਹ ਥੋੜਾ ਕਰੇਲਾ ਬੜਾ ਸਾਈਜ਼ ਹੈ ਇਹ। ਮੈਂ ਗੱਲ ਤਾਂ ਇਹ ਪੁੱਛਦਾ ਸੀ ਵੀ ਜਿਹੜਾ ਆਪਾਂ ਲੀੜਾ ਇੰਨਾ ਮਹਿੰਗਾ ਪਾਇਆ ਸੀ, ਉਹਦੇ ਪੈਸੇ ਪੂਰੇ ਹੋ ਗਏ ਵੀ ਉਹ ਕੰਮ ਸਹੀ ਦੇ ਗਿਆ? ਨਹੀਂ ਜ਼ਾਇਆ ਨਹੀਂ ਗਿਆ ਉਹ ਲੀੜਾ। ਉਹ ਕਿਹੜਾ 1 ਸਾਲ ਵਾਸਤੇ ਲੀੜਾ ਸੀ? ਨਹੀਂ ਹੈ ਤਾਂ ਕਈ ਸਾਲਾਂ ਵਾਸਤੇ, ਪਰ ਉਹ ਜਿਹੜਾ ਫਾਇਦੇ ਵਾਸਤੇ ਪਾਇਆ ਸੀ ਉਹ ਫਾਇਦਾ ਹੋ ਗਿਆ। ਉਹ ਫਾਇਦਾ ਹੋ ਗਿਆ ਅਲਹਮਦੁਲਿਲਾ, ਰੇਟ ਮਾਸ਼ਾਅੱਲਾ ਅੱਛਾ ਆ। ਉਹ ਫਾਇਦਾ ਹੋ ਗਿਆ, ਉਹਦੇ ਪੈਸੇ ਪੂਰੇ ਹੋ ਗਏ। ਹੁਣ ਜਿਹੜਾ ਸਾਡਾ ਪਾਈਪ ਲੱਗਾ ਹੋਇਆ, ਜਿਹੜਾ ਬਾਕੀ ਲਵਾਜ਼ਮਾਂ ਤਾਂ ਉਹਦਾ ਹੁਣ ਚੱਲ ਰਿਹਾ। ਉਮੀਦ ਆ 2-3 ਤਰਾਈਆਂ ਚ ਨਾ ਉਹ ਵੀ ਖਰਚਾ ਹੋ ਜਾਏਗਾ। ਅੱਲਾਹ ਤਾਲਾ ਬਰਕਤ ਦੇਵੇ ਜੀ। ਇੰਨੀ ਮਿਹਨਤ ਆ, ਬੰਦਾ ਰਿਜ਼ਕੇ ਹਲਾਲ ਆ, ਇਸ ਤੋਂ ਮੈਂ ਕਹਿੰਦਾ ਖਰੀ ਰੋਜ਼ੀ ਕੋਈ ਨਹੀਂ। ਆ ਦੇਖੋ ਉਸਮਾਨ ਸਾਹਿਬ, ਐਸ ਕਰੇਲੇ ਨੂੰ ਹੁਣ ਪੋਲੀਨੇਸ਼ਨ ਨਹੀਂ ਹੋਈ ਹੈਗੀ। ਅੱਛਾ, ਉੱਥੇ ਹੀ ਉਹ ਮਤਲਬ ਆ ਹੋ ਗਿਆ, ਚੋੜ ਮੋੜ ਜਿਹਾ ਹੋ ਗਿਆ। 2-3 ਤਰ੍ਹਾਂ ਦੇ ਹੁੰਦੇ ਆ, ਜਾਂ ਤਾਂ ਫਿਰ ਫਰੂਟ ਫਲਾਈ, ਕਿਉਂ ਇਹਦਾ ਤਾਂ ਹੁਣ ਸੁਤਾਰਿਆ ਫਰੂਟ ਫਲਾਈ ਤਾਂ ਹੈ ਨਹੀਂ, ਇਹ ਪੋਲੀਨੇਸ਼ਨ ਦਾ ਮਸਲਾ ਬਣ ਗਿਆ। ਅੱਛਾ, ਇਹ ਸ਼ਾਹ ਸਾਹਿਬ ਇੱਕ ਗੱਲ ਜਿਹੜੀ ਤੁਸੀਂ ਸ਼ੁਰੂ ਚ ਕੀਤੀ ਸੀ ਵੀ ਉਹ ਕਿੰਨੀ ਕੁ ਸੱਚੀ ਆ, ਮੈਂ ਉਹ ਪੁੱਛਣਾ। ਜੇ ਖਲੋਏਗਾ ਤਾਂ ਮੈਂ ਪੁੱਛੂੰਗਾ। ਮੈਂ ਇਹ ਕਹਿੰਦਾ ਵੀ ਜਿਹੜਾ ਤੁਸੀਂ ਕਿਹਾ ਸੀ ਵੀ ਕੱਪੜਾ ਪਾਉਣ ਨਾਲ ਅਸੀਂ ਸਪਰੇਹਾਂ ਘੱਟ ਕਰਾਂਗੇ, ਇਹ ਇੱਕ ਖੁਸ਼ਖਬਰੀ ਸੁਣਾਈ ਸੀ ਤੁਸੀਂ ਵੀ ਉਹ ਕੱਪੜਾ ਪਾਉਣ ਨਾਲ ਕੋਈ ਸਪਰੇਹਾਂ ਘਟੀਆਂ? ਜਦੋਂ ਤੱਕ ਤਾਂ ਕੱਪੜਾ ਉੱਪਰ ਰਿਹਾ, ਸਪਰੇਅ ਅਸੀਂ ਕੋਈ ਨਹੀਂ ਕੀਤੀ ਇਹਨੇ। ਜੋ ਸਫੇਦ ਮੱਖੀ ਦੀ ਸਪਰੇਅ ਕਰਨੀ ਸੀ ਨਾ ਉਹਦੀ, ਜਾਂ ਉਹਦੀ ਫਰੂਟ ਫਲਾਈ ਦੀ ਕੋਈ ਸਪਰੇਅ ਨਹੀਂ ਕੀਤੀ ਹੈਗੀ। ਹੁਣ ਅਸੀਂ ਸਪਰੇਆਂ ਨੂੰ ਸ਼ੁਰੂ ਕਰਾਂਗੇ। ਪਹਿਲਾਂ ਸਪਰੇਅ ਕੋਈ ਨਹੀਂ ਕੀਤੀ ਅੰਦਰ। ਫਰਕ ਤਾਂ ਪਿਆ ਨਾ? ਫਰਕ ਤਾਂ ਪਹਿਲਾਂ ਜਿਹੜੀ ਸਪਰੇਆਂ ਅਸੀਂ ਹਰ ਤੀਸਰੇ ਦਿਨ ਕਰਨੀ ਸੀ, ਉਹ 2 ਮਹੀਨੇ ਸਪਰੇਆਂ ਸਾਡੀਆਂ ਬਚ ਗਈਆਂ। ਉਹ ਸਪਰੇਅ ਅਸੀਂ ਕੋਈ ਨਹੀਂ ਕੀਤੀ ਹੈਗੀ। ਹੁਣ ਇਹਨੂੰ ਵਾਈਟ ਫਲਾਈ ਦੀ ਵੈਸੇ ਵੀ ਜ਼ਰੂਰਤ ਨਹੀਂ ਰਹਿਣੀ ਹੈਗੀ। ਅੱਛਾ, ਜਦੋਂ ਵੱਲ ਮਚੂਰ ਹੋ ਜਾਂਦੀ ਹੈ ਨਾ ਪੌਦਾ, ਸਖਤ ਹੋ ਜਾਂਦਾ, ਫਿਰ ਉਹ ਅਸਰ ਨਹੀਂ ਹੁੰਦਾ ਹੈਗਾ ਵਾਇਰਸ ਦਾ। ਚਲੋ ਇਹ ਹੁਣ ਸਿਰਫ ਸਪਰੇਅ ਸਾਨੂੰ ਕਰਨੀ ਪੈਣੀ ਆ, ਉਹ ਵੀ ਅਸੀਂ ਕੋਸ਼ਿਸ਼ ਕਰਦੇ ਪਏ ਆ। ਜਿਹੜੇ ਆ ਨਾ ਅਸੀਂ ਨੈਚੁਰਲ ਤਰੀਕੇ ਨਾਲ ਫੰਦੇ ਹੁੰਦੇ ਆ ਉਹਦੇ, ਵਾਈਟ ਫਲਾਈ ਦੇ ਫੰਦੇ ਹੁੰਦੇ ਆ, ਤੁਸੀਂ ਪਨੀਰ 'ਚ ਵੇਖੇ ਹੋਣੇ, ਯੈਲੋ ਟ੍ਰੈਪ ਲੱਗੇ ਹੋਏ ਆ। ਉਹ ਸਾਡਾ ਪ੍ਰੋਗਰਾਮ ਹੈ, ਉਹ ਵਿੱਚ ਲਾ ਦਈਏ ਇਹਦੇ, ਤਾਂ ਕਿ ਉਹ ਜਦੋਂ ਉੱਡੇ ਨਾ ਉਹਦੇ ਨਾਲ ਲੱਗ ਜਾ ਕੇ। ਇਹ ਸੁਰਿਆ ਸਾਹਿਬ ਲਾਓ, ਇਹ ਨਾ ਲੋਕਾਂ ਨੂੰ ਦੱਸੋ ਵੀ ਸਪਰੇਆਂ ਤੋਂ ਬਚਣ ਵਾਸਤੇ ਵੀ ਇਹ ਨੁਕਸਾਨ ਦੇ ਰਹੀਆਂ। ਮਕਸਦ ਤਾਂ ਸਪਰੇਆਂ ਨੂੰ ਘਟਾਣਾ ਤੇ ਇਦਾਂ ਦੀਆਂ ਸ਼ਾਵਾਂ ਦੱਸੋ। ਫੰਦੇ ਲਾਣੇ ਨਹੀਂ, ਫੰਦੇ ਲਾਓ, ਸਾਨੂੰ ਵੀ ਦੱਸੋ, ਅਸੀਂ ਦਸੀਏ ਵੀ ਉਹ ਦਿਖਾ ਦਿੰਨੇ। ਪਨੀਰ ਤੁਸੀਂ ਵੇਖਿਆ ਨਹੀਂ? ਹਾਂਜੀ, ਉਹ ਚ ਵੀ ਅਸੀਂ ਲਾਏ ਵਾਈਟ ਫਲਾਈ ਤੋਂ। ਸਪਰੇਆਂ ਵਾਲੀ ਸਬਜ਼ੀ ਖਾ ਖਾ ਕੇ ਆ ਮੁੰਡਾ ਨਜ਼ਰ ਵਾਲੀ ਐਨਕ ਆ ਤੇ ਇਹਨੂੰ ਕਰੇਲਾ ਨਹੀਂ ਦੇਖ ਰਿਹਾ। ਕਰੇਲਾ ਦੇਖੋ ਕਿੱਡਾ ਕਿੱਡਾ, ਤੇ ਇਹ ਐਨਕ ਨਾਲ ਦੇਖ ਰਿਹਾ ਅੱਗੇ। ਮੈਂ ਤਾਂ ਹੈਰਾਨ, ਇਹ ਸਪਰੇਆਂ ਦਾ ਕੰਮ ਆ। ਹਾਂ, ਸਪਰੇਆਂ ਵਾਲੀਆਂ ਸ਼ਾਵਾਂ ਖਾ ਖਾ ਕੇ। ਤੇ ਗੱਲ ਮੈਂ ਪੁੱਛਦਾ ਸੀਗਾ ਵੀ ਇਹਦੇ 'ਚ ਹੁਣ ਅੱਲਾ ਕਰੇ ਜਿੱਦਾਂ ਤੁਸੀਂ ਖਰਚਾ ਕੀਤਾ ਸੀ, ਕੱਲ ਨੂੰ ਤੁਹਾਨੂੰ ਦੇਖ ਕੇ ਕੋਈ ਬੰਦਾ ਖਰਚਾ ਕਰੇ, ਇਹ ਦੱਸ ਦਿਓ ਵੀ 4 ਆਨੇ ਦੀ ਉਮੀਦ ਹੈ ਅੱਲਾ ਦੇ ਘਰ 'ਚ? ਬੜੀ ਉਮੀਦ ਆ ਅੱਲਾ ਦੀ ਮਿਹਰਬਾਨੀ ਨਾਲ। ਇਨਸੈਕਟ ਨੈਟ ਚੱਲੇ 2-4 ਸਾਲ ਹੈਗੇ। ਅੱਛਾ, ਇਹਦੇ ਛਲੇ ਲੋਕ ਬਹੁਤ ਘੱਟ ਆ ਇਸ ਪਾਸੇ, ਕਿਉਂ ਖਰਚੇ ਦਾ ਕੰਮ ਆ, ਇਹ ਲੋਕ ਘੱਟ ਆ। ਜਿਨ੍ਹਾਂ ਨੇ ਲਾਣਾ ਉਹ 6 ਮਹੀਨੇ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਇਹਦੀ ਲਾਉਣ ਵਾਸਤੇ। ਤੁਹਾਨੂੰ ਜ਼ਮੀਨ ਉਸ ਹਿਸਾਬ ਨਾਲ ਖਾਲੀ ਛੱਡਣੀ ਪੈਂਦੀ ਆ, ਤੁਹਾਡੇ ਕੋਲ ਪਾਈਪ ਹੋਵੇ, ਇਨਸੈਕਟ ਨੈਟ ਹੋਵੇ, ਤਾਂ ਕਿ ਤਾਂ ਤੁਸੀਂ
6 ਮਹੀਨੇ ਪਹਿਲਾਂ ਪਲਾਨਿੰਗ ਕਰੋਗੇ ਤੁਸੀਂ ਜਾ ਕੇ ਉਸ ਟਾਈਮ ਲਾਓਗੇ ਨਾ। ਜੇ ਥੋੜਾ ਅਚਾਨਕ ਜ਼ੇਨ ਬਣਿਆ ਤੁਹਾਡੇ ਕੋਲ ਸਮਾਨ ਨਹੀਂ ਪੂਰਾ ਹੋਣਾ ਟਾਈਮ ਤੇ, ਠੀਕ ਹੈ। ਫਿਰ ਇਹਦੇ ਟਾਈਮ ਬੜੀ ਨੋਟ ਹੁੰਦਾ। ਇੱਕ ਦਿਨ ਤੁਸੀਂ ਫਸਲ ਇੱਕ ਲਾਈ ਆ, 2 ਦਿਨ ਛੱਡ ਕੇ ਫੇਰ ਲਾਤੀ, ਉਹ 2 ਦਿਨ ਨਹੀਂ ਰਲਣੇ ਹੈਗੇ ਐਂਡ ਤੇ ਉਹ 20 ਦਿਨ ਦਾ ਫਰਕ ਪੈ ਜਾਂਦਾ। ਚਲੋ ਜੀ, ਇੱਕ ਦਿਨ ਕੀਮਤੀ ਹੁੰਦਾ ਇਹਦੇ ਵਿੱਚ ਸਬਜ਼ੀ 'ਚ। ਅੱਲਾ ਕਰੇ ਜੀ ਤੁਹਾਨੂੰ ਚਾਰਾਂ ਨੇ ਬਚਣ ਤਾਂ ਉਹ ਮੇਰੇ ਵੀ ਦੇ ਦਿਓ ਫਿਰ ਜਿਹੜੇ ਦੇਣ। ਠੀਕ ਹੈ ਚਲੋ ਜੀ ਆਜੋ ਖੀਰੇ ਵਾਲ ਚੱਲਦੇ ਹਾਂ। ਜਿੱਥੇ ਇੱਕ ਤਾਂ ਜੀ ਧੁੱਪ ਬੜੀ, ਸੇਕਾ ਬੜਾ, ਅੱਸੂ ਦੀ ਧੁੱਪ ਆ ਖਾਂਦੀ ਬੰਦੇ ਨੂੰ, ਤੇ ਅਸੀਂ ਕਿਤੇ ਛਾਂ ਲੱਭ ਕੇ ਖਲੋ ਜਾਈਦਾ। ਅਸੀਂ ਜੀ ਹੁਣ ਕਿੱਥੇ ਖਲੋਤੇ ਆ ਤੇ ਕਿਹੜੀ ਫਸਲ ਆ ਦੱਸੋ ਜੀ? ਇਹ ਜੀ ਗੋਭੀ ਆ, ਅੱਛਾ ਜੀ। ਤੇ ਇਹ ਹੈਗੀ ਸੈਕੰਡ ਅਰਲੀ। ਅੱਛਾ, ਜਿਹੜੀ ਫਸਟ ਅਰਲੀ ਆ ਤੁਹਾਨੂੰ ਦਿਖਾਵਾਂਗੇ, ਉਹਦੀ ਫੁੱਲ ਬਣ ਗਿਆ, ਉਹ ਸ਼ੁਰੂ ਆ। ਉਹ ਅਸੀਂ ਲਾਂਦੇ ਦਿਖਾਇਆ ਉਹ ਸੀ। ਲਾਇਆ ਸੀ ਜੂਨ ਦੇ ਵਿੱਚ ਲਾਈ ਸੀ, ਜੂਨ ਦੇ ਐਂਡ ਤੇ ਲਾਈ ਸੀ। ਉਹ ਤਿਆਰ ਆ, ਤੁਹਾਨੂੰ ਜਾਂਦੀ ਪਈ ਮਾਰਕੀਟ 'ਚ। ਉਹ ਗੋਭੀ ਵੀ ਤੁਹਾਨੂੰ ਉਹ ਦਿਖਾਣਾ। ਫਸਟ ਅਰਲੀ ਆ, ਇਹ ਸੈਕੰਡ ਅਰਲੀ ਆ। ਅੱਛਾ ਠੀਕ। ਉਹ ਦੇਸੀ ਗੋਭੀ ਸੀ, ਇਹ ਹਾਈਬ੍ਰਿਡ ਆ। ਅੱਛਾ ਇਹ ਅਗਲੇ ਮਹੀਨੇ ਨਵੰਬਰ 'ਚ ਤਿਆਰ ਹੋ ਜਾਏਗੀ। ਇਹ ਲਗਾਉਣ ਤੋਂ 60 ਦਿਨਾਂ ਬਾਅਦ ਤਿਆਰ ਹੋ ਜਾਂਦੀ ਹੈ। ਹਾਂ, ਤੇ ਇਹ ਮੁੰਤਕਿਲ ਕੀਤੇ ਨੂੰ ਤਕਰੀਬਨ 20 ਦਿਨ ਹੋ ਗਏ ਆ ਇਹ, ਤੇ ਇਨਸ਼ਾਅੱਲਾ ਹੋਰ। ਅੱਛਾ, ਇਹ 60 ਦਿਨਾਂ ਵਾਲੀ ਆ? ਇਹ 60 ਵਾਲੀ ਇਹ ਹੈ। ਦਿਨਾਂ ਦਾ ਦੀ ਨਿਸ਼ਾਨੀ ਹੈ? ਇਹ ਹਰ ਬੀਜ ਜਿਹੜਾ ਨਾ ਉਹ ਦਿਨ ਦਾ 50 ਨੰਬਰ, 50 ਦਿਨਾਂ ਦੀ, 60 ਨੰਬਰ ਇਵੇਂ ਹੁੰਦਾ ਇਹ। ਅੱਛਾ, 70 ਦਿਨਾਂ ਦੀ, 80 ਦਿਨਾਂ ਦੀ। ਤੇ ਇਹ ਹੁਣ ਤੁਹਾਨੂੰ ਲਾਈ ਨੂੰ ਕਿੰਨੇ ਕੁ ਦਿਨ ਹੋ ਗਏ? ਇਹ 20 ਦਿਨ ਹੋ ਗਏ ਸਾਨੂੰ ਮੁੰਤਕਿਲ ਕੀਤੀ ਨੂੰ। ਅੱਛਾ, ਹੁਣ ਇਹ ਤਾਂ 20 ਦਿਨ ਹੋ ਗਏ ਲੱਗ ਗਈ। ਅਸੀਂ ਲੋਕਾਂ ਨੂੰ ਟਾਈਮ ਤੇ ਦੱਸ ਨਹੀਂ ਸਕੇ। ਹੁਣ ਕੋਈ ਬੰਦਾ ਗੋਭੀ ਲਾਵੇ ਤਾਂ ਲਾਵੇ? ਹੁਣ ਜਿਹੜਾ ਬੰਦਾ ਗੋਭੀ ਲਾਣਾ ਚਾਹਵੇ ਨਾ ਲੱਗ ਸਕਦੀ ਹੈ, ਲੇਕਿਨ ਉਹ ਪਨੀਰੀ ਲਾਉਣ ਦੀ ਲੋੜ ਕੋਈ ਨਹੀਂ। ਅੱਛਾ, ਉਹ ਡਾਇਰੈਕਟ ਬੀਜ ਜਿਹੜਾ ਚੂੜੀ ਲਾ ਦੇਵੇ। ਚੋਪੇ ਲਾ ਦਿਓ ਜੀ। ਚੋਪੇ ਲਾ ਦਿਓ, ਬੀਜ ਦੋ ਬੀਜ ਲਾ ਦਿਓ। ਹਾਂ ਤੇ ਉਹਦਾ ਲੇਕਿਨ ਇੱਕ ਧਿਆਨ ਰੱਖਣ, ਜਦੋਂ ਆ ਬਾਰਿਸ਼ਾਂ ਨਾ 2 ਦਿਨ ਦੱਸੀ ਹੋਈ, ਹਾਂ, ਬਾਰਿਸ਼ਾਂ ਦੇ ਮੌਸਮ ਤੋਂ ਅੱਗੇ ਪਿੱਛੇ ਕਰਕੇ ਲਾਣੀ ਚਾਹੀਦੀ ਆ ਉਹ। ਅੱਗੇ ਪਿੱਛੇ। ਅਗਰ ਬੀਜ ਲੱਗਾ ਉਹ ਤੋਂ ਬਾਰਿਸ਼ ਆ ਗਈ, ਫਿਰ ਮਿੱਟੀ ਉੱਤੇ ਉਤਰ ਜਾਂਦੀ, ਬੀਜ ਆਇਆ ਹੋ ਜਾਂਦਾ, ਬੜਾ ਨੁਕਸਾਨ ਹੁੰਦਾ ਉਹਦਾ। ਫਿਰ ਜਰਮੀਨੇਸ਼ਨ ਮਤਲਬ ਉਹਦੀ ਮੁਤਾਸਰ ਹੁੰਦੀ ਹੈ ਉਹਦੀ। ਇਹ ਫਿਰ ਹਾਈਬ੍ਰਿਡ ਹੀ ਲੱਗਣੀ ਹੁਣ ਹਾਈਬ੍ਰਿਡ, ਹੁਣ ਐਂਡ ਤੱਕ ਹਾਈਬ੍ਰਿਡ ਹੀ ਜਾਣੀ ਹੈ, ਮਾਰਚ ਤੱਕ ਹਾਈਬ੍ਰਿਡ ਲੱਗਦੀ ਰਹਿਣੀ ਹੈ। ਅੱਛਾ, ਤੇ ਤੁਹਾਡੇ ਕਾਗਜ਼ਾਂ 'ਚ ਠੀਕ ਖੜੀ ਹੈ ਹਾਂ ਮਾਸ਼ਾਅੱਲਾ? ਮਾਸ਼ਾਅੱਲਾ ਬਹੁਤ ਠੀਕ ਖੜੀ ਹੈ। ਹਾਂ, ਚਲੋ ਸਾਨੂੰ ਜੀ ਫਿਰ ਨਿਗਾਹ ਮਰਾ ਦਿਓ। ਹਾਂਜੀ, ਉਹ ਦੇਖ ਲਓ, ਉਸ ਤੋਂ ਬਾਅਦ ਫਿਰ ਕੋਈ ਖੀਰਾ ਦੱਸ ਦਿੰਦੇ ਤੁਹਾਨੂੰ। ਅਸੀਂ ਜੀ ਆ ਗਏ ਆ ਗੋਭੀ ਦੇ ਵਿੱਚ ਜਿਹੜੀ ਅਗੇਤਰੀ ਲਾਈ ਸੀ, ਤੇ ਅਸੀਂ ਤੁਹਾਨੂੰ ਵਿਖਾ ਵੀ ਦਿੰਨੇ ਆ ਵੀ ਕਿੱਦਾਂ ਦੀ ਖੜੀ ਹੈ। ਆਹ ਵੇਖੋ ਜੀ, ਆ ਜਿਹੜੀ ਫਸਟ ਅਰਲੀ ਜੂਨ ਚ ਲਾਈ ਸੀ ਅਸੀਂ, ਦੇਸੀ ਗੋਭੀ ਇਹਨੂੰ ਕਹਿੰਦੇ ਆ। ਅੱਛਾ, ਗੋਭੀ ਇਹ ਤਿਆਰ ਆ ਜੀ, ਹੁਣ ਇਹ ਜਾਰੀ ਮਾਰਕੀਟ 'ਚ। ਅੱਛਾ, ਤੋੜ ਰਹੇ ਆ ਇਹ? ਅਸੀਂ ਤੋੜ ਰਹੇ ਹਾਂ ਜੀ ਇਹ। ਠੀਕ ਆ। ਤੇ ਇਹ ਕਿੰਨੇ ਦਿਨਾਂ ਵਾਲੀ ਸੀ? ਇਹ 4 ਮਹੀਨੇ ਦੀ ਫਸਲ ਆ। ਅੱਛਾ। ਇਹ ਦੇਸੀ ਜਿਵੇਂ ਦੇਸੀ ਨਹੀਂ ਜ਼ਿਆਦਾ ਟਾਈਮ ਲੈਂਦੀ ਹੈ ਇਹ ਫਸਲ, ਉਵੇਂ ਜ਼ਿਆਦਾ ਟਾਈਮ ਲੈਂਦੀ ਹੈ। 4 ਮਹੀਨੇ ਹੋ ਗਏ ਇਹਨੂੰ। ਤੇ ਇਹਦਾ ਸਹੀ ਆ ਗਿਆ ਕੰਮ ਹੁਣ? ਇਹਦਾ ਹਾਂਜੀ ਬਸ ਠੀਕ ਆ ਜੀ। ਇਹਦਾ ਰੇਟ ਜਿਹੜਾ ਪਿਛਲੇ ਸਾਲ ਸੀ ਉਹ ਤਾਂ ਨਹੀਂ ਹੈਗਾ, ਲੇਕਿਨ ਦਰਮਿਆਨਾ ਹੈਗਾ ਇਸ ਰੇਟ। ਅੱਛਾ, ਤੇ ਇਹ ਹੁਣ ਕਿੰਨੇ ਦਿਨ ਹੋ ਗਏ ਇਹਨੂੰ ਤੁਰੀ ਨੂੰ? ਇਹਨੂੰ ਹੋ ਗਏ 5 ਦਿਨ ਹੋ ਗਏ ਇਹਨੂੰ। ਅੱਛਾ, ਕਿੰਨੇ ਦਿਨਾਂ ਦੇ ਵਿੱਚ ਸਾਫ਼ ਹੋ ਜੂ ਕਿੱਲਾ? ਇਹ 15 ਦਿਨਾਂ ਬਾਅਦ ਇੱਥੇ ਬੂਟਾ ਨਹੀਂ ਲੱਭਣਾ ਹੈਗਾ। ਇਹ ਦੇਸੀ ਗੋਭੀ ਜਿਹੜੀ ਆ ਨਾ, ਜਾਂ ਕੋਈ ਵੀ ਗੋਭੀ ਆ, ਇਹ ਜਦੋਂ ਹੁੰਦੀ ਹੈ ਨਾ ਤਿਆਰ, ਇਹ ਯਕਦਮ ਹੀ ਹੋ ਜਾਂਦੀ ਆ। ਇਹ 20 ਦਿਨਾਂ ਦੇ ਵਿੱਚ ਖੇਤ ਮੁੱਕ ਜਾਂਦਾ ਇਹਦਾ। ਤੇ ਇਹ ਜੀ ਇਹ ਦੇਸੀ ਗੋਭੀ ਦੇ ਪੱਤਿਆਂ ਦਾ ਤੇ ਹਾਈਬ੍ਰਿਡ ਦੇ ਤਾਂ ਕੋਈ ਫਰਕ ਹੈ ਜੀ? ਇਹ ਪੱਤਿਆਂ ਤਾਂ ਹੋਵੇ ਨਾ ਹੋਵੇ, ਲੇਕਿਨ ਇਹਦੇ ਕਹਿੰਦੇ ਪ੍ਰੋਟੀਨ ਦਾ ਬੜਾ ਫਰਕ ਹੁੰਦਾ। ਜਿਹੜੀ ਦੇਸੀ ਚੀਜ਼ ਜਿਹੜੀ ਵੀ ਹੈ ਨਾ ਜੀ, ਉਹਦੀ ਤੇ ਹਾਈਬ੍ਰਿਡ ਦੇ ਪ੍ਰੋਟੀਨ ਦਾ ਹੁਣ ਤੇ ਦੇਖੋ ਉਹਦਾ ਤਾਂ 60 ਦਿਨ ਲਾਣੇ ਆ ਤਿਆਰੀ 'ਚ, ਇਹਨੇ 4 ਮਹੀਨੇ ਲਿੱਤੇ ਆ। 120 ਦਿਨ ਇਹ ਲਿੱਤਾ। ਇਵੇਂ ਆ ਸਰੋਇਆ ਸਾਹਿਬ, ਜਿਵੇਂ ਇਹ ਦੇਸੀ ਮੁਰਗਾ ਤੇ ਉਹ ਬ੍ਰੈਲਰ ਬਲੈਲਰ ਮੁਰਗਾ ਨਾ ਫਰਕ ਹੁੰਦਾ। ਫਿਰ ਇਹਨੇ ਕਿੰਨੀ ਗਰਮੀ ਬਰਦਾਸ਼ਤ ਕਰਕੇ ਆਣਾ, ਉਹ ਗਰਮੀ ਚ ਹੁੰਦੀ ਨਹੀਂ ਹੈਗੀ। ਪੂਰੇ ਮੌਸਮ ਨਾਲ ਲੜ ਕੇ ਆਂਦੀ ਹੈ। ਚਲੋ ਜੀ, ਅੱਲਾਹ ਤਾਲਾ ਇਹ ਕੰਮ ਜਿਹੜੇ ਦੋਸਤ ਗੋਭੀ ਲਾਣਾ ਚਾਹੁੰਦੇ ਆ ਨਾ, ਜਿਹੜੇ ਫਾਰਮਰ ਗੋਭੀ ਲਾਉਂਦੇ ਆ, ਉਹਨਾਂ ਵਾਸਤੇ ਇਹ ਆ ਕਿ ਉਹ ਜੂਨ ਤੋਂ ਸ਼ੁਰੂ ਹੋਣ, ਹਰ 20-15 ਦਿਨਾਂ ਬਾਅਦ ਨਵੀਂ ਵੈਰਾਈਟੀ ਉਹ ਲਾਈ ਜਾਣਾ। ਉਹ ਦਸੰਬਰ ਤੱਕ ਨਾ ਹੋ, ਜਿਹੜਾ ਨਵੰਬਰ ਤੱਕ ਉਹਦੀ ਲੱਗਦੀ ਰਵੇ, ਨਵੰਬਰ ਤੱਕ ਲੱਗ ਜਾਏਗੀ। ਫਿਰ ਉਹ ਤੜਾਈ ਵੀ ਇਵੇਂ ਹੁੰਦੀ ਰਹੇਗੀ, ਸਟੈਪ ਵਾਈਜ਼ ਉਹਦੀ ਚੱਲਦੀ ਰਹੇਗੀ ਇਹਦੀ। ਫਿਰ ਸਾਰੇ ਰੇਟ ਬੰਦਾ ਲੈ ਸਕਦਾ ਉਹਦੇ। ਹੁਣ ਜੀ ਸਾਨੂੰ ਆਖਰੀ ਫਸਲ ਦਿਖਾਓ, ਜਿਹੜੀ ਮੇਨ ਫਸਲ ਆ ਉਹ ਖੀਰੇ ਦੀ। ਆਓ ਚਲੀਏ। ਖੀਰੇ ਦਾ ਸਾਨੂੰ ਬਰੀਕੀ ਜੀ ਦੱਸ ਦਿਓ ਮਾੜਾ ਜਿਹਾ ਵੀ ਕਿੱਥੇ ਗੱਲ ਖੜੀ। ਆਓ ਤੁਹਾਨੂੰ ਖੀਰਾ ਦਿਖਾਈ। ਮੇਰੇ ਸਾਈਡ ਤੇ ਆ ਜਾ ਇੱਧਰ। ਉਧਰ ਅੱਛਾ, ਹਾਂ ਬਸ ਉਧਰ ਹੈ, ਹਾਂ ਬਸ ਉਧਰ ਜਾ। ਮਾਸ਼ਾਅੱਲਾ ਜੀ, ਅਸੀਂ ਪਹੁੰਚ ਗਏ ਜੀ ਹੁਣ ਖੀਰੇ ਦੀ ਫਸਲ 'ਚ। ਤੇ ਦੇਖੋ ਜਿਹੜਾ ਖੀਰਾ ਤੁਹਾਨੂੰ ਉਦੋਂ ਲੱਗਦੇ ਵਿਖਾਇਆ ਸੀ, ਅੱਲਾ ਨੇ ਚਾਹਿਆ ਅੱਜ ਫਲ ਲੱਗ ਰਿਹਾ। ਤੇ ਬੰਦਾ ਕੋਈ ਕੰਮ ਕਰੇ ਤੇ ਉਹਦਾ ਫਿਰ ਫਲ ਮਿਲਦਾ ਹੀ ਆ। ਹਾਂਜੀ, ਇਦਾਂ ਹੀ ਆ। ਦੇਖੋ ਗੁੱਛਾਂ ਦੇ ਗੁੱਛੇ ਲੱਗੇ। ਹਾਂ, ਅੰਗੂਰਾਂ ਤਰ੍ਹਾਂ ਖੀਰੇ ਲੱਗੇ ਆ। ਅੱਲਾ ਦੀ ਜ਼ਾਤ ਕਾਮਯਾਬ ਕਰੇ। ਬੜੀ ਮਿਹਨਤ ਤੋਂ ਬਾਅਦ ਜਾ ਕੇ ਇਹ ਰੌਣਕਾਂ ਲੱਭਦੀਆਂ। ਤੇ ਅਸੀਂ ਹੁਣ ਇਸ ਟਾਈਮ ਜੀ ਦੱਸੋ ਇਹਦਾ ਕੀ? ਇਹ ਅਸੀਂ 15 ਅਗਸਤ ਨੂੰ ਲਾਇਆ ਸੀ ਖੀਰਾ ਇਹ। ਅੱਛਾ ਜੀ। ਤੇ ਅੱਜ ਹੈਗਾ 3 ਅਕਤੂਬਰ ਆ। ਠੀਕ ਆ। ਤੇ ਵੇਖ ਲਓ, ਇਹ 35 ਦਿਨਾਂ ਬਾਅਦ ਇਹ ਪਿਕਿੰਗ ਸ਼ੁਰੂ ਹੋ ਗਈ ਸੀ। 35 ਦਿਨਾਂ ਬਾਅਦ। ਤੇ ਇਹਦੇ ਤੇ ਕਪੜਾ ਅਜੇ ਪਾਇਆ ਹੈ? ਇਹਦਾ ਤੇ ਕਪੜਾ ਐਂਡ ਤੱਕ ਹੀ ਰਹਿਣਾ। ਅੱਛਾ, ਇਹ ਤੋਂ ਨਹੀਂ ਕਪੜਾ ਲਾਣਾ ਹੈਗਾ। ਤੇ ਇਹ ਤਾਂ ਫਿਰ ਬਚ ਗਏ ਆ ਸਪਰੇਆਂ ਸਪਰੂਆਂ? ਇਹਦੇ ਤੇ ਜਿਹੜੀ ਸਪਰੇਅ ਆ ਨਾ, ਕੋਈ ਵਾਈਟ ਫਲਾਈ ਦੀ, ਸੁੰਡੀ ਦੀ, ਠੀਕ ਆ, ਉਹ ਸਪਰੇਅ ਨਹੀਂ ਹੋਣੀ। ਇਹਦੇ ਸਿਰਫ ਜਿਹੜੀ ਆ ਨਾ ਫੰਗਸ ਦੀ ਸਪਰੇਅ ਹੁੰਦੀਆਂ ਇਹਦੇ ਵੀ ਚ। ਘਟੀਆਂ ਤੇ ਹੈ ਨਾ? ਬਹੁਤ ਘਟ ਗਈ, ਬਹੁਤ ਘਟ ਗਈ। ਅੱਧੋ ਅੱਧ ਰਹਿ ਗਈ। ਅੱਧੋ ਅੱਧ ਤੋਂ ਵੀ ਘਟ ਗਈ। ਹਾਂਜੀ। ਤੇ ਇਹ ਜਿਵੇਂ ਸ਼ਾਹ ਸਾਹਿਬ ਇਹਦੇ ਤੇ ਖਰਚਾ ਇਹਦੇ ਤੋਂ ਵੀ ਬਹੁਤ ਮੋਟਾ ਹੋਇਆ। ਇੱਥੇ ਬੜਾ ਖਰਚਾ ਹੋ ਜਾਂਦਾ ਜੀ। ਤੇ ਇਹਦਾ ਰੇਟ? ਇਹਦਾ ਬੀਜ ਬਹੁਤ ਮਹਿੰਗਾ ਹੁੰਦਾ। ਓਏ ਹੋਏ, ਬੀਜ ਕਿੰਨੇ ਦਾ ਹੁੰਦਾ? ਇਹਦਾ 1.5 ਲੱਖ ਰੁਪਏ ਦਾ ਲੱਗਦਾ ਏਕੜ ਚ ਬੀਜ। ਹਾਂਜੀ। ਬੱਲੇ ਬੱਲੇ।
ਚਲੋ ਅੱਲਾਹ ਤਾਲਾ ਉਹ ਪੂਰੇ ਕਰ ਦੇਵੇ। ਮੈਂ ਕਿਹਾ ਵੀ ਇਹ ਹੁਣ ਇਹਦਾ ਗਾਂ ਠੀਕ ਆ ਮਾਰਕੀਟ ਜਾਂਦੀ? ਮਾਰਕੀਟ ਦਰਮਿਆਨੀ ਜੀ ਇਹਦੀ, ਅੱਛਾ, ਨਾ ਐਡੀ ਤੇਜ਼ ਆ ਨਾ ਡਾਊਨ ਆ। ਅੱਜ ਕੱਲ ਅਸਲ 'ਚ ਤਾਂ ਹੈ ਨਹੀਂ, ਖੀਰਾ ਬੰਦੇ ਖਾਂਦੇ ਹੀ ਨਹੀਂ ਹੁੰਦਾ। ਖੀਰਾ ਨਹੀਂ, ਖੀਰੇ ਦੀ ਇਹਦੀ ਕਾਸ਼ਤ ਕਾਫੀ ਜ਼ਿਆਦਾ ਹੋ ਗਈ, ਅੱਛਾ, ਖਾਣ ਦਾ ਰਵਾਨੀ ਹੈਗਾ। ਖੀਰਾ ਖਾਓ ਜੀ, ਖੀਰੇ ਦਾ ਅਚਾਰ ਪਾਓ, ਹੂੰ, ਸਾਰੇ ਸਿਆਲੇ ਖਾਓ। ਤੇ ਚੱਲਣਾ ਕਦੋਂ ਤੱਕ ਹੈ ਇਹ ਵੀ ਜਦੋਂ ਤੱਕ ਸਰਦੀ ਆਣੀ ਹੈ ਨਾ, ਦਸੰਬਰ ਦੇ ਐਂਡ ਤੇ ਜਨਵਰੀ ਤੱਕ, ਉਦੋਂ ਕੋਰੇ ਤੱਕ ਜਾਣਾ। ਜਦੋਂ ਕੋਰਾ ਨਾ ਪਵੇ ਇਹਦੀ ਕੁਛ ਨਹੀਂ ਹੁੰਦਾ ਇਹਨੂੰ, ਇਹ 'ਚ ਸਰਦੀ ਵੀ ਨਹੀਂ ਸਾਡੀ ਮਹਿਸੂਸ ਹੁੰਦੀ। ਕਿੰਨਾ ਟੈਂਟ ਤੱਕ ਰਹੇਗਾ ਇਹ? ਨੈਟ ਟੈਂਡ ਤੱਕ ਰਹੇਗਾ ਇਹ। ਇਹਦੇ 'ਚ ਨੈਟ ਲਾਣਾ ਨਾ, ਵਾਈਟ ਫਲਾਈ ਆਂਦੀ ਆ, ਉਹ ਦੇਰ ਤੱਕ ਰਹਿੰਦੀ ਆ। ਖੀਰਾ ਜਿਹੜਾ ਨਾ ਸਭ ਤੋਂ ਨਾਜ਼ੁਕ ਫਸਲ ਖੀਰਾ ਆ। ਅਸਲ ਜਿਹੜੀ ਖਤਰਨਾਕ ਸਪਰੇਆਂ ਵੀ ਜਿਹੜੀ ਇਨਸੈਕਟੀਸਾਈਡ ਹਨ ਉਹ ਜ਼ਿਆਦਾ ਉਹ ਜ਼ਿਆਦਾ ਇਨਸੈਕਟੀਸਾਈਡ ਹੋ ਗਈ, ਜਿਹੜੀ ਪੈਸਟੀਸਾਈਡ ਹੋ ਗਈ। ਹਾਂ, ਇਹਦਾ ਪੌਦੇ ਤੋਂ ਪੌਦੇ ਦਾ ਫਾਸਲਾ ਵੀ ਘੱਟ ਹੁੰਦਾ, ਜਿਵੇਂ ਕਰੇਲੇ ਦਾ ਜ਼ਿਆਦਾ ਹੁੰਦਾ ਨਾ 2 ਫੁੱਟ ਦਾ, ਇਹ 14 ਤੇ 12 ਇੰਚ ਤੇ ਹੁੰਦਾ ਫਾਸਲਾ ਦਾ ਫੁੱਟ ਦਾ। ਇਹਦਾ ਜੀ ਆਮਦਨ ਦਾ ਤਾਂ ਫਿਰ ਬਹਿ ਕੇ ਗੱਲ ਕਰਾਂਗੇ, ਅਸੀਂ ਹੁਣ ਜੁਮਾ ਪੜਨ ਵੀ ਜਾਣਾ, ਬੜੀ ਬਰੀਕੀ 'ਚ ਗੱਲ ਦੱਸਾਂਗੇ ਤੁਹਾਨੂੰ। ਪਰ ਇਹ ਆ ਵੀ ਇਹਦੀ ਨਾ ਪ੍ਰੋਡਕਸ਼ਨ ਕਰੇਲੇ ਨੂੰ ਬਹੁਤ ਜ਼ਿਆਦਾ ਆ। ਜ਼ਿਆਦਾ ਇਹ ਤੁਸੀਂ ਅਗਰ 4 ਤੋਂ 5 ਦਿਨਾਂ ਬਾਅਦ ਤੜਾਈ ਕਰੋਗੇ ਨਾ, ਹਾਂ, ਤੇ ਇਹ ਏਕੜ ਚੋਂ 100 ਬੈਗ ਨਿਕਲ ਜਾਂਦਾ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਇਹ ਪਰ ਇਹ ਆ ਵੀ ਜੀ ਦੇਖੋ ਜੀ, ਆਮਦਨ ਦਾ ਤਾਂ ਜਿਹੜਾ ਵੀ ਹਿਸਾਬ ਹੋਊਗਾ ਇਹਦਾ, ਪਰ ਇਹ ਖਲੋਤੀ ਫਸਲ ਸੋਹਣੀ ਲੱਗਦੀ ਹੈ, ਵਿੱਚ ਆ ਕੇ ਬੰਦੇ ਨੂੰ ਲੱਗਦਾ ਵੀ ਜਿਵੇਂ ਜਲ ਥਲ ਦੇ ਵਿੱਚ, ਹਾਂ ਇਦਾਂ ਆ ਗਏ। ਤੇ ਜੀ ਅਸੀਂ ਦੁਆ ਕਰਦੇ ਹਾਂ ਜੀ ਅੱਲਾਹ ਤਾਲਾ ਰੋਜ਼ੀ ਦੇਵੇ, ਕਿਉਂ ਇਹ ਜਿੱਥੇ ਅਸੀਂ ਜਿਹੜਾ ਮਾਹੌਲ ਬਣਿਆ ਨਾ, ਇਹ ਲੱਖਾਂ ਰੁਪਈਆ ਲਾ ਕੇ ਤੇ ਬਹੁਤ ਸਾਰੀ ਮਿਹਨਤ ਤੋਂ ਬਾਅਦ ਜਾ ਕੇ ਬਣਦਾ। ਤੇ ਅਸੀਂ ਤਾਂ ਕਹਿੰਦੇ ਹੁੰਦੇ ਆ ਵੀ ਇਦਾਂ ਸਿਰਫ ਫਿਲਮ 'ਚ ਦੇਖ ਕੇ ਕੋਈ ਬੰਦਾ ਲਾਵੇ ਵੀ ਨਾ, ਪਹਿਲਾਂ ਬਰੀਕੀ 'ਚ ਸਮਝੇ। ਤੇ ਕਿਉਂ ਜਦੋਂ ਖਰਚਾ ਬਹੁਤਾ ਹੁੰਦਾ, ਜੇ ਕੋਈ ਐਸੀ ਵੈਸੀ ਗੱਲ ਹੋ ਜਾਵੇ ਨਾ, ਤੇ ਉਹ ਘਾਟਾ ਵੀ ਬਹੁਤਾ ਪੈ ਜਾਂਦਾ। ਕਾਬੂ ਨਹੀਂ ਆਉਂਦੀ ਗੱਲ। ਅੱਲਾਹ ਤਾਲਾ ਬਰਕਤ ਦੇਵੇ ਜੀ। ਜਿਹੜੇ ਬੰਦੇ ਵੀ ਟਨਲ ਦਾ ਕੰਮ ਕਰ ਰਹੇ ਆ, ਬੜੇ ਖਰਚੇ ਵਾਲਾ ਕੰਮ ਆ, ਬੜੀ ਮਿਹਨਤ ਵਾਲਾ ਕੰਮ ਆ, ਰੱਬ ਸਭ ਨੂੰ ਰੋਜ਼ੀ ਦੇਵੇ। ਤੇ ਇੱਥੇ ਸਾਡੀ ਫਿਲਮ ਅੱਜ ਦੀ ਮੋਗੀ, ਅਸੀਂ ਸਿਰਫ ਤੁਹਾਨੂੰ ਇੱਕ ਵਾਰੀ ਆਪਣੀ ਫਸਲ ਦੀ ਅਪਡੇਟ ਦਿੱਤੀ ਆ, ਘੁਮਾਇਆ ਫਿਰਾਇਆ, ਤੇ ਬਾਕੀ ਬਰੀਕੀ ਜੀ ਗੱਲ ਫੇਰ ਕਰਾਂਗੇ ਸਵੇਰੇ। ਤੇ ਹੁਣ ਅਸੀਂ ਜੁਮਾ ਪੜਾਈਏ, ਟਾਈਮ ਥੋੜਾ ਨਹਾ ਧੋ ਕੇ ਜੁਮਾ ਵੀ ਪੜਨਾ। ਦੁਆਵਾਂ 'ਚ ਯਾਦ ਰੱਖਿਓ ਵੀ ਰੱਬ ਦੀ ਜ਼ਾਤ ਜਿੱਥੇ ਰੱਖੇ, ਹੱਸੀ ਖੁਸ਼ੀ ਰੱਖੇ। ਆਮੀਨ।